ਚਲੇ ਜਾਣਾ ਉੱਥੇ ਜਿੱਥੋਂ ਕੋਈ ਵੀ ਨਾ ਮੁੜਦਾ, ਕੱਲੇ ਨੂੰ ਹੀ ਜਾਣਾ ਪੈਂਦਾ ਨਾਲ ਕੋਈ ਵੀ ਨਾ ਤੁਰਦਾ। ਵੇਖੀ ਨਾ ਉਹ ਦੁਨੀਆ ਪਰ ਸੁਣਿਆ ਬਥੇਰਾ ਏ, ਪੈਸੇ ਨਾਲ ਨਹੀਂ ਉੱਥੇ ਸਵਾਸਾਂ ਦਾ ਨਵੇੜਾ ਏ। ਕੱਲਾ ਕੱਲਾ ਪੁੰਨ ਪਾਪ ਪੋਟਿਆਂ ਤੇ ਗਿਣਨਾ ਏ, ਕਿੰਨੀ ਸੱਚ ਦੀ ਗਵਾਹੀ ਨਾਲੇ ਝੂਠ ਨੂੰ ਵੀ ਮਿਲਣਾ ਏ। ਕੀਤੀ ਠੱਗੀ ਚੋਰੀ ਝੂਠ ਦੀ ਮਿਲਣੀ ਸਜ਼ਾ ਏ, ਕਿਉਂ ਕੀਤਾ ਮਾੜਾ ਕੰਮ ਨਾ ਪੁੱਛਣੀ ਵਜ੍ਹਾ ਏ। ਇਹ ਸੀ ਕਿ ਮੈਂ ਅੰਮ੍ਰਿਤ ਦਾਤ ਲੈ ਚੁੱਕੀ ਸੀ, ਪਰ ਰੋਮਾਂ ਦੀ ਬੇਅਦਬੀ ਨਹੀਂ ਕਰ ਸਕਦੀ ਸੀ, ਕਿਉਂਕਿ ਉੱਥੇ ਪਹਿਲਾਂ ਕਿਹਾ ਹੀ ਇਹ ਗੱਲ ਕਹੀ ਸੀ ਕਿ ਪੰਜਾਂ ਪਿਆਰਾਂ ਵੱਲੋਂ ਕਿ ਆਪਾਂ ਵੀ ਰੋਮ ਨਹੀਂ ਅੱਜ ਤੋਂ ਬਾਅਦ ਕਤਲ ਕਰਾਉਣੇ, ਕਿਉਂਕਿ ਇਹੀ ਚੀਜ਼ ਸਾਨੂੰ ਸਿਖਾਈ ਜਾਂਦੀ ਆ ਲੜਕੀਆਂ ਨੂੰ ਕਿ ਵੀ ਪੜ੍ਹਾਈ ਕਰੋ, ਤੁਹਾਡਾ ਵਿਆਹ ਕਰ ਦੇਣਾ, ਅੱਗੇ ਜਾ ਕੇ ਆਪਣਾ ਜੀਵਨ ਚਲਾਉਣਾ। ਅਤੇ ਇਹ ਚੀਜ਼ ਮੇਰੇ ਨਾਲ ਵੱਖਰੀ ਹੋ ਗਈ ਸੀ ਕਿ ਉਸ ਚੀਜ਼ ਨੂੰ ਮੈਂ ਤਿਆਗਤਾ ਸੀ, ਅਤੇ ਮਹਾਰਾਜ ਨੇ ਕਿਰਪਾ ਕੀਤੀ, ਉੱਥੇ ਸਮਾਂ ਲਾਇਆ ਅਤੇ ਆਪਣੇ ਆਪ ਨੂੰ ਮੈਂ ਪਛਾਣਿਆ ਕਿ ਮੈਂ ਕੌਣ। ਅੰਮ੍ਰਿਤ ਦੀ ਦਾਤ ਲੈਣਾ ਬਹੁਤ ਵੱਡੀ ਗੱਲ ਆ। ਪੰਜਾਂ ਪਿਆਰਾਂ ਦਾ ਜੋ ਸੀਸ ਲਿਆ ਸੀ, ਉਹਦਾ ਅਰਥ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਸੀ ਕਿ ਸਭ ਤੋਂ ਪਹਿਲਾਂ ਅਸੀਂ ਆਪਣੀ ਮੱਤ ਤਿਆਗਣੀ ਆ। ਤਾਂ ਤੁਸੀਂ ਇਹ ਜਿਹੜੀ ਮਿਹਰ ਹੋਈ ਹੈ, ਜਿਹਨੂੰ ਤੁਸੀਂ ਵਾਹਿਗੁਰੂ ਦੀ ਮਿਹਰ ਕਹਿੰਦੇ ਹੋ, ਜਦੋਂ ਹਰਨਾਮ ਕੌਰ 'ਤੇ ਹੋਈ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਸ ਰਸਤੇ ਉਹ ਪੈ ਗਈ ਉਹਨੂੰ ਪੈਣਾ ਚਾਹੀਦਾ ਸੀ ਇਸ ਰਸਤੇ? ਕਿ ਮਹਾਰਾਜ ਨੇ ਕਿਰਪਾ ਕੀਤੀ ਤਾਂ ਉਹ ਸੰਭਾਲੀ ਨਹੀਂ ਗਈ, ਕਿਉਂਕਿ ਇੱਕ ਸਿਰਫ ਅਸੀਂ ਕਹਿ ਦਈਏ ਨਾ ਵੀ ਦਸਤਾਰ ਇਹਦਾ ਬਹੁਤ ਵੱਡਾ ਵਾ, ਵੀ ਇਹ ਸਿਰ ਦੇ ਕੇ ਸਰਦਾਰੀਆਂ ਲਈਆਂ ਨੇ ਆਪਾਂ, ਅਤੇ ਮੋਡਲਿੰਗ ਕਰਨੀ ਇਹ ਸਾਡਾ ਤਾਂ ਰਾਹ ਹੀ ਨਹੀਂ ਗਾ। ਸਲਾਹ ਦਿੱਤੀ ਉਹਨਾਂ ਨੂੰ ਕਦੀ ਕਿ ਗਲਤ ਰਾਹ ਪੈ ਰਹੇ? ਮੈਂ ਇੱਕ ਵਾਰੀ ਮੈਸੇਜ ਪਾਇਆ ਸੀ ਜ਼ਰੂਰ ਉਹਨਾਂ ਨੂੰ ਕਿ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਅਤੇ ਉਹਨਾਂ ਨੇ ਰਿਪਲਾਈ ਹੀ ਕੀਤਾ ਸੀ ਕਿ ਆਪਣੇ ਕੰਮ ਤੱਕ ਮਤਲਬ ਰੱਖੋ, ਅਤੇ ਉਸ ਤੋਂ ਬਾਅਦ ਆਪਾਂ ਕਿਹਾ ਨਹੀਂ। ਮੇਰੇ ਬ੍ਰਦਰ ਦੀ ਮੈਂ ਗੱਲ ਕਰਾਂ, ਇੱਕ ਸਮਾਂ ਸੀ ਉਹ ਵੀ ਕੁਰਾਹੇ ਪਏ ਹੋਏ ਸੀ। ਮੈਂ ਕਹਾਂ ਕਿ ਕੋਈ ਇਹੋ ਜਿਹਾ ਨਸ਼ਾ ਨਹੀਂ ਹੋਣਾ ਜੋ ਉਹਨਾਂ ਨੇ ਨਹੀਂ ਕੀਤਾ ਹੋਣਾ। ਉਸ ਵੇਲੇ ਅਰਦਾਸਾਂ ਬੇਨਤੀਆਂ ਕੀਤੀਆਂ, ਉਹੋ ਜਿਹੇ ਗੁਰਮੁਖ ਮਿਲਣੇ ਸ਼ੁਰੂ ਹੋ ਗਏ ਇਹਨਾਂ ਨੂੰ ਕਿ ਤੁਸੀਂ ਵੀ ਆਪਣਾ ਸਿੱਖੀ ਰੂਪ ਬਚਾਓ, ਅਤੇ ਥੋੜ੍ਹੇ ਸਮੇਂ 'ਚ ਮਹਾਰਾਜ ਨੇ ਕਿਰਪਾ ਕੀਤੀ। ਮੈਨੂੰ ਲੱਗਦਾ ਕਿ 1 ਸਾਲ ਦੇ ਵਿੱਚ ਹੀ ਜਾਣੀ ਆਉਂਦੀ ਵਿਸਾਖੀ ਨੂੰ ਇਹਨਾਂ ਨੇ ਅੰਮ੍ਰਿਤ ਦੀ ਦਾਤ ਲੈ ਲਈ ਸੀ। 184 ਜੂਨਾਂ ਵਾਲਾ ਲੰਬਾ ਗੇੜਾ ਪੈਣਾ ਏ, ਨਾ ਚਾਹੁੰਦੇ ਹੋਏ ਵੀ ਫਿਰ ਸਭ ਸਹਿਣਾ ਪੈਣਾ ਏ, ਕਿ ਹੰਡਾਉਣਾ ਰੇਸ਼ਮੀ ਕੱਪੜੇ ਫਿਰ ਤੈ ਨੰਗਾ ਹੋਣਾ ਏ, ਪਲ ਪਲ ਮਾੜਾ ਨਿਕਲੋ ਕੁਝ ਨਾ ਚੰਗਾ ਹੋਣਾ ਏ, ਭਿੰਨ ਭਿੰਨ ਦੇ ਹੁਣ ਭੋਜਨ ਖਾਂਦਾ ਫਿਰ ਗੰਦ ਵੀ ਫਰੋਲੇਗਾ, ਕਰਦਾ ਮਸ਼ਕਰੀ ਅੱਜ ਹੋਰਾਂ ਉੱਤੇ ਆਪਣਾ ਦਿਲ ਕਿਵੇਂ ਫੋਲੇਗਾ। ਗੁੰਗਾ ਮੁਖ ਹੋ ਜਾਣਾ ਤੇਰਾ, ਕੀ ਮਾਲਕ ਦੇ ਗੁਣ ਗਾਏਗਾ, 4 ਪੈਰ ਹੋ ਜਾਣੇ ਤੇਰੇ, ਕਿਵੇਂ ਸਾਧ ਸੰਗਤ ਵਿੱਚ ਜਾਏਗਾ, ਕੁਝ ਨਾ ਵਿਗੜਿਆ ਅਜੇ ਵੀ ਜਪ ਲੈ ਵਾਹਿਗੁਰੂ, ਜੀਵਨ ਪਦ ਵੀ ਪਾਏਗਾ, ਅੰਤ ਜਦ ਮੁੱਕ ਗਈ ਸਵਾਸਾਂ ਦੀ ਪੂੰਜੀ, ਫਿਰ ਰੋ ਰੋ ਕੇ ਪਛਤਾਏਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਅੱਜ ਮੇਰੇ ਨਾਲ ਬੜੀ ਹੀ ਖਾਸ ਮਹਿਮਾਨ ਮੌਜੂਦ ਹੈ। ਮਨਦੀਪ ਕੌਰ ਨਾਮ ਹੈ ਇਹਨਾਂ ਦਾ, ਅਤੇ ਮਨਦੀਪ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਕਿਉਂ, ਦਿਖਾ ਦਿੰਦੇ ਹਾਂ ਤੁਹਾਨੂੰ। ਗੱਲਬਾਤ ਮਨਦੀਪ ਦੇ ਨਾਲ ਕਰਾਂਗੇ ਅਤੇ ਸੁੱਚੇ ਵਿਚਾਰ ਨੇ ਜਿਹੜੇ ਮਨਦੀਪ ਕੌਰ ਦੇ, ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਸਭ ਤੋਂ ਪਹਿਲਾਂ ਮੇਰਾ ਸਵਾਲ, ਕਿਉਂਕਿ ਮਨਦੀਪ ਨੂੰ ਦੇਖ ਕੇ ਅਕਸਰ ਲੋਕ ਇਹ ਕਹਿੰਦੇ ਨੇ ਕਿ ਇਹ ਮਨਦੀਪ ਕੌਰ ਨਹੀਂ ਮਨਦੀਪ ਸਿੰਘ ਹੈ। ਜਦੋਂ ਵੀਰੇ ਵੱਲੋਂ ਦੱਸਿਆ ਜਾਂਦਾ ਕਿ ਨਹੀਂ ਇਹ ਮੇਰੀ ਭੈਣ ਹੈ, ਇਹ ਸਰੂਪ ਨੂੰ ਦੇਖ ਕੇ ਲੋਕ ਕਾਫੀ ਸਵਾਲ ਖੜੇ ਕਰਦੇ ਨੇ, ਹੈ ਨਾ। ਤੁਹਾਡਾ ਜਿਹੜਾ ਅੰਦਾਜ਼ ਹੈ, ਜਿਹੜਾ ਤੁਹਾਡਾ ਕੰਮਕਾਰ ਕਰਨ ਦਾ ਤਰੀਕਾ ਹੈ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਪਰਮਾਤਮਾ ਨੇ ਮਿਹਰ ਜਿਹੜੀ ਕੀਤੀ ਹੈ ਤੁਹਾਡੇ 'ਤੇ, ਇਹ ਕਦੋਂ ਕੀਤੀ ਹੈ? ਇਹ ਮਿਹਰ ਮੈਂ ਇਹੀ ਕਹੂੰਗੀ ਕਿ ਸਟਾਰਟਿੰਗ ਉਦੋਂ ਹੀ ਹੋ ਗਈ ਸੀ ਜਦੋਂ ਮੇਰੇ ਪਿਤਾ ਜੀ ਦੀ ਡੈਥ ਹੋਈ ਸੀ, ਅਤੇ ਉਸ ਵੇਲੇ ਤੋਂ ਯਾਨੀ ਮੇਰੇ ਨਾਨੀ ਜੀ ਸੀ, ਉਹਨਾਂ ਨੇ ਮੈਨੂੰ ਇਸ ਪਾਸੇ ਦੀ ਲਗਨ ਲਗਾਈ। ਉਹਨਾਂ ਨੇ ਮੈਨੂੰ ਸਾਖੀਆਂ ਲਿਆ ਕੇ ਦਿੱਤੀਆਂ ਭਗਤਾਂ ਦੀਆਂ ਕਿ ਕਿਵੇਂ ਉਹਨਾਂ ਨੇ ਪਰਮਾਤਮਾ ਨੂੰ ਪਾਇਆ, ਅਤੇ ਉਸ ਤੋਂ ਬਾਅਦ ਯਾਨੀ ਮੇਰਾ ਵਿਆਹ ਹੋਇਆ, ਅਤੇ ਵਿਆਹ ਤੋਂ ਬਾਅਦ ਜੋ ਸਮਾਂ ਮੇਰੇ 'ਤੇ ਆਇਆ, ਉਸ ਚੀਜ਼ ਨੇ ਮੈਨੂੰ
ਉਹ ਜੋ ਮੇਰੇ ਸੰਜੋਗੀ ਸੀ ਉਹ ਮੈਨੂੰ, ਮੈਂ ਇਹੀ ਕਹਿੰਦੀ ਹਾਂ ਕਿ ਮੈਨੂੰ ਕੁਝ ਸਿਖਾਉਣ ਆਏ ਸੀ। ਇੱਕ ਸਮਾਂ ਸੀ ਤੇ ਉਸੇ ਸਮੇਂ ਤੋਂ ਜਾਣੀ ਮਹਾਰਾਜ ਦੀ ਕਿਰਪਾ ਕੀਤੀ ਤਾਂ ਉਹਨਾਂ ਤੋਂ ਮੈਂ ਇਹ ਚੀਜ਼ਾਂ ਸਿੱਖੀਆਂ। ਤੇ 2012 ਦੇ ਵਿੱਚ ਜਦੋਂ ਉਹ ਅਲੱਗ ਹੋਏ ਮੇਰੇ ਤੋਂ, ਤੇ 1 ਸਾਲ ਬਾਅਦ ਅੰਮ੍ਰਿਤ ਦੀ ਦਾਤ ਲਈ। ਤੇ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਜਾਣੀ ਹਜੇ ਜਾਣੀ ਮੈਂ ਇਹ ਕਹਿ ਦੇਵਾਂ ਕਿ ਮੈਨੂੰ ਢੰਗ ਤਰੀਕਾ ਨਹੀਂ ਸੀ ਪਤਾ, ਸਿਰਫ ਬਾਣੀ ਪੜ੍ਹ ਲੈਣੀ ਵੀ ਆਪਾਂ ਜਿਵੇਂ ਆਪਾਂ ਕਹਿ ਦਈਏ ਕਿ ਇੰਨੇ ਪਾਠ ਕਰ ਲਏ, ਇਹਨਾਂ ਚੀਜ਼ਾਂ 'ਚ ਸੀ। ਪਰ ਪਤਾ ਨਹੀਂ ਸੀ ਕਿ ਪ੍ਰਮਾਤਮਾ ਨੂੰ ਪਾਉਣਾ ਕਿਵੇਂ ਆ। ਤੇ ਉਹਨਾਂ ਨੇ ਜਦੋਂ ਕਿਰਪਾ ਕੀਤੀ ਜਾਣੀ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ, ਫਿਰ ਜਾਣੀ ਹੌਲੀ ਹੌਲੀ ਜਾਣੀ ਜਦੋਂ ਮੇਰਾ ਸਰੂਪ ਬਦਲਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਇੱਕ ਮੈਨੂੰ ਝਟਕਾ ਜ਼ਰੂਰ ਲੱਗਿਆ ਸੀ ਕਿ ਵੀ ਇਹ ਕੀ ਹੋ ਰਿਹਾ। ਜਦੋਂ ਦਾੜਾ ਪ੍ਰਕਾਸ਼ ਹੋਣਾ ਸ਼ੁਰੂ ਹਾਂਜੀ, ਤੇ ਉਹ ਚੀਜ਼ ਤੋਂ ਮੈਂ, ਕਿਉਂਕਿ ਹੁਣ ਜਦੋਂ ਆਪਾਂ ਇਹ ਸੀ ਕਿ ਮੈਂ ਅੰਮ੍ਰਿਤ ਦਾਤ ਲੈ ਚੁੱਕੀ ਸੀ ਪਰ ਰੋਮਾਂ ਦੀ ਬੇਅਦਬੀ ਨਹੀਂ ਕਰ ਸਕਦੀ ਸੀ, ਕਿਉਂਕਿ ਉੱਥੇ ਪਹਿਲਾਂ ਕਿਹਾ ਹੀ ਇਹ ਗੱਲ ਕਹੀ ਸੀਗੀ ਕਿ 50 ਪਿਆਰਿਆਂ ਵੱਲੋਂ ਕਿ ਆਪਾਂ ਵੀ ਰੋਮ ਨਹੀਂ ਅੱਜ ਤੋਂ ਬਾਅਦ ਕਤਲ ਕਰਾਉਣੇ। ਫਿਰ ਯਾਨੀ ਚਿਹਰਾ ਢਕਣਾ ਜਾਂ ਸ਼ਰਮ ਥੋੜ੍ਹੀ ਜਿਹੀ ਆਉਣ ਲੱਗ ਗਈ ਸੀ ਕਿ ਹੁਣ ਵੀ ਮੈਂ ਕਿਵੇਂ ਇਸ ਚੀਜ਼ ਨੂੰ ਕਰੂੰਗੀ। ਤੇ ਜਾਣੀ ਮਹਾਰਾਜ ਨੇ ਕਿਰਪਾ ਕੀਤੀ, ਮਾਤਾ ਜੀ ਵੱਲੋਂ ਉਹਨਾਂ ਨੇ ਆਪ ਹੀ ਬੁਲਵਾਇਆ ਤੇ ਫਿਰ ਮੈਂ ਆਪਣਾ ਜਾਣੀ ਚਿਹਰੇ ਨੂੰ ਢੱਕਣਾ ਬੰਦ ਕਰ ਦਿੱਤਾ। ਤੇ ਕਿਰਪਾ ਕੀਤੀ ਮਹਾਰਾਜ ਨੇ ਜਾਣੀ ਜਿੱਥੇ ਵੀ ਫਿਰ ਵਿਚਰਨਾ ਸਲਾਹੁਣਾ ਪਰਮਾਤਮਾ ਦੀ, ਕਿਉਂਕਿ ਜਿਹਨੇ ਵੀ ਆਪਾਂ ਜਿੱਥੇ ਵੀ ਆਪਾਂ ਵਿਚਰਦੇ ਹਾਂ ਉੱਥੇ ਅਸੀਂ ਆਪ ਨਹੀਂ ਬੋਲਦੇ ਹੁੰਦੇ, ਜੇ ਸਾਹਮਣੇ ਵਾਲਾ ਜੋ ਬੋਲਦਾ ਵਾ ਉਹ ਉਹਦੇ ਵਿੱਚ ਆਪ ਬੋਲਦਾ, ਕਿਉਂਕਿ ਹੈ ਨਾ ਘਟ ਘਟ ਮੈਂ ਹਰਜੂ ਵਸੇ, ਹੈ ਨਾ ਹਰੇਕ ਦੇ ਵਿੱਚ ਉਹ ਆਪ ਬੋਲਦਾ। ਤੇ ਜੇ ਆਪਾਂ ਕਹਿ ਦਈਏ ਕਿ ਜੇ ਕਿਸੇ ਨੇ ਮਾੜਾ ਬੋਲਤਾ ਉਹ ਵੀ ਉਹ ਆਪ ਬੁਲਵਾ ਰਿਹਾ, ਜਾਂ ਕਿਸੇ ਨੇ ਸਲਾਹਨਾ ਕਰਤੀ ਤੇ ਉਹ ਚੀਜ਼ ਆ। ਤੇ ਉਸ ਦੇ ਸਮੇਂ ਦੇ ਵਿੱਚ ਹੀ ਜਾਣੀ ਮੈਨੂੰ ਕਾਫੀ ਕੁਛ ਜਾਣੀ ਸਿੱਖਣ ਨੂੰ ਮਿਲਿਆ, ਕਿਉਂਕਿ ਇੱਕ ਵੱਖਰਾ ਰੂਪ ਹੋ ਗਿਆ ਤੇ ਬਾਣੀ ਨਾਲ ਜੁੜੀ ਹੋਈ ਹੋਣ ਕਰਕੇ ਜਾਣੀ ਅੰਦਰੋਂ ਵਿਰਾਗ ਸੀ ਕਿ ਵੀ ਪਰਮਾਤਮਾ ਨੂੰ, ਗ੍ਰਹਿਸਥੀ ਤਾਂ ਮੈਂ ਤਿਆਗ ਹੀ ਦਿੱਤੀ ਸੀ ਕਿ ਹੁਣ ਪਰਮਾਤਮਾ ਨੂੰ ਮਿਲਣ ਦਾ ਜਾਣੀ ਮੇਨ ਰਹਿ ਗਿਆ ਸੀ। ਤੇ ਉਸੇ ਤਰ੍ਹਾਂ ਫਿਰ ਮੈਨੂੰ ਸੰਗਤ ਮਿਲੀ ਜਿੱਥੇ ਜਾ ਕੇ ਮੈਂ ਆਪਣਾ, ਮੈਨੂੰ ਪਤਾ ਲੱਗਿਆ ਕਿ ਮੈਂ ਕੌਣ ਆ। ਕਿਉਂਕਿ ਉਸ ਵੇਲੇ ਤਾਂ ਸਿਰਫ ਮੈਂ ਇਹੀ ਸਮਝੀ ਸੀ ਮੈਂ ਇੱਕ ਲੜਕੀ ਆ। ਮੈਨੂੰ ਗ੍ਰਹਿਸਥੀ ਦੇ ਵਿੱਚ, ਕਿਉਂਕਿ ਇਹੀ ਚੀਜ਼ ਸਾਨੂੰ ਸਿਖਾਈ ਜਾਂਦੀ ਆ ਲੜਕੀਆਂ ਨੂੰ ਕਿ ਵੀ ਪੜ੍ਹਾਈ ਕਰੋ, ਤੁਹਾਡਾ ਵਿਆਹ ਕਰ ਦੇਣਾ, ਅੱਗੇ ਜਾ ਕੇ ਆਪਣਾ ਜੀਵਨ ਚਲਾਉਣਾ। ਤੇ ਇਹ ਚੀਜ਼ ਮੇਰੇ ਨਾਲ ਵੱਖਰੀ ਹੋ ਗਈ ਸੀ ਕਿ ਉਸ ਚੀਜ਼ ਨੂੰ ਮੈਂ ਤਿਆਗਤਾ ਸੀ। ਤੇ ਮਹਾਰਾਜ ਨੇ ਕਿਰਪਾ ਕੀਤੀ, ਉੱਥੇ ਸਮਾਂ ਲਾਇਆ ਤੇ ਆਪਣੇ ਆਪ ਨੂੰ ਮੈਂ ਪਛਾਣਿਆ ਕਿ ਮੈਂ ਕੌਣ ਹਾਂ। ਹਾਂਜੀ। ਤੇ ਪਰਿਵਾਰ ਨੂੰ ਜਦੋਂ ਕਿਉਂਕਿ ਪਰਿਵਾਰ ਜੇ ਅਜਿਹਾ ਹੁੰਦਾ ਜਿਹਦੇ ਨਾਲ ਤੁਹਾਡੇ ਵਿਚਾਰ ਮਿਲਦੇ ਹੁੰਦੇ ਨੇ, ਜਿਸ ਤਰ੍ਹਾਂ ਤੁਸੀਂ ਇੰਟਰਵਿਊ ਤੋਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਵੀਰੇ ਨੇ ਬੜੀ ਸਪੋਰਟ ਕੀਤੀ ਹੈ, ਅੱਜ ਜਦੋਂ ਵੀ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਦੇ ਹੋ ਤਾਂ ਵੀਰਾ ਜਿਹੜਾ ਚੱਟਾਨ ਬਣ ਕੇ ਖੜਾ ਹੋ ਜਾਂਦਾ। ਹਾਂਜੀ, ਮੇਰੇ ਉੱਤੇ ਜਦੋਂ ਇਹ ਦੁੱਖ ਆਇਆ ਸੀ ਉਸ ਵੇਲੇ ਇਹਨਾਂ ਨੇ ਜਾਣੀ ਸਪੋਰਟ ਕੀਤੀ ਸੀ। ਇਹਨਾਂ ਨੇ ਕਹਿਤਾ ਸੀ ਕਿ ਮਨਦੀਪ ਤੂੰ ਟੈਨਸ਼ਨ ਨਹੀਂ ਲੈਣੀ, ਵੀ ਜੇ ਮੈਨੂੰ ਸਾਰੀ ਜ਼ਿੰਦਗੀ ਵੀ ਤੈਨੂੰ ਸਾਂਭਣਾ ਪਿਆ ਮੈਂ ਖੜਾ ਵਾਂ, ਵੀ ਜਦ ਤੱਕ ਸਾਹ ਨੇ ਵੀ ਮੈਂ ਤੇਰੇ ਨਾਲ ਆ। ਤੇ ਇਸ ਚੀਜ਼ ਦੀ ਮੈਨੂੰ ਬਹੁਤ ਸਪੋਰਟ ਮਿਲੀ, ਸ਼ਾਇਦ ਕਿਉਂਕਿ ਅੱਜ ਬਹੁਤ ਵੀਰ ਭੈਣ ਭਰਾ ਨੇ ਜੋ ਆਪਸ ਦੇ ਵਿੱਚ ਸ਼ਾਇਦ ਪਿਆਰ ਘਟ ਜਾਂਦਾ ਜਾਂ ਕੋਈ ਵੀ ਰੀਜ਼ਨ ਲਾ ਲਈਏ ਵੀ ਭੈਣਾਂ ਆਪਣਾ ਦੁੱਖ ਭਰਾਵਾਂ ਨੂੰ ਨਹੀਂ ਦੱਸ ਸਕਦੀਆਂ, ਪਰ ਮੈਂ ਇਸ ਚੀਜ਼ 'ਚ ਆਪਣੇ ਆਪ ਨੂੰ ਵਡਭਾਗੀ ਸਮਝਦੀ ਹਾਂ ਕਿ ਜੇ ਇੱਕ ਪਾਸਿਓਂ ਮੈਨੂੰ ਧੱਕਾ ਲੱਗਿਆ ਸੀ ਤਾਂ ਦੂਸਰੇ ਪਾਸੇ ਮੇਰੇ ਵੀਰ ਨੇ ਮੈਨੂੰ ਸਾਂਭਿਆ। ਪਰ ਤੁਸੀਂ ਨਾਲ ਦੇ ਨਾਲ ਗੁਰੂਆਂ ਦੀ ਬਾਣੀ ਨੂੰ ਹਮੇਸ਼ਾ ਜ਼ਹਿਨ ਦੇ ਵਿੱਚ ਰੱਖਿਆ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਸਰੀਰ ਹੈ ਕਿਰਾਏ ਦਾ ਮਕਾਨ ਹੈ, ਇਹ ਕਦੋਂ ਆਵਾਜ਼ ਪੈਣੀ ਹੈ, ਕਦੋਂ ਇਹ ਮਕਾਨ ਛੱਡਣਾ ਪੈਣਾ ਹੈ, ਕਿਸੇ ਨੂੰ ਨਹੀਂ ਪਤਾ। ਹਾਂਜੀ, ਇਹੀ ਚੀਜ਼ ਆ ਵੀ ਆਪਾਂ ਸੰਸਾਰ ਦੇ ਵਿੱਚ ਆਏ ਹਾਂ, ਕੁਝ ਸਮਾਂ ਮਿਲਿਆ ਆਪਾਂ ਨੂੰ, ਅਤੇ ਇਹਦੇ ਵਿੱਚ ਰਹਿ ਕੇ ਅਸੀਂ ਵਿਚਾਰਨਾ ਵੀ ਅਸੀਂ ਕੌਣ ਆ। ਪਰ ਸਾਡੀ ਜੋ ਅੱਜ ਮੱਤ ਬਾਣੀ ਤੋਂ ਦੂਰ ਹੋ ਚੁੱਕੀ ਆ, ਇਹ ਅਸੀਂ ਜੋ ਸਮਾਂ ਸਾਡਾ ਇੰਨਾ ਕੀਮਤੀ ਆ, ਇਹ ਜੋ ਬੀਤ ਚੁੱਕਿਆ ਅਤੇ ਜੋ ਕੱਲ੍ਹ ਆਉਣ ਵਾਲਾ, ਇਹਦੇ ਵਿੱਚ ਹੀ ਅਸੀਂ ਅੱਜ ਅਜਾਈ ਗਵਾ ਰਹੇ ਹਾਂ। ਜੋ ਅੱਜ ਦਾ ਜੋ ਸਾਡਾ ਸਮਾਂ ਵਾ, ਕਿਉਂਕਿ ਮਹਾਰਾਜ ਨੇ ਕਹਿਤਾ ਕਿ 8 ਪਹਿਰ ਹਰ ਅਰਾਧੇ, ਹੈ ਨਾ, ਵੀ 8 ਪਹਿਰ ਵੀ ਥੋੜ੍ਹਾ ਇੱਕ ਵੀ ਸਵਾਸ ਬਿਰਥਾ ਨਹੀਂ ਜਾਣਾ ਚਾਹੀਦਾ। ਪਰ ਜੋ ਸਾਡਾ ਇਹ ਸਮਾਂ ਵਾ, ਅਸੀਂ ਇੱਧਰ ਉੱਧਰਲੀਆਂ ਜਾਂ ਜੋ ਪਿੱਛੇ ਦੁੱਖ ਨੇ ਉਹ ਅਸੀਂ ਸੋਚ ਕੇ ਕੱਢ ਰਹੇ ਹਾਂ, ਜਾਂ ਕੱਲ੍ਹ ਦੇ ਜੋ ਸਾਡੇ ਨਾਲ ਸਮਾਂ ਆਉਣਾ ਵਾ ਸਾਨੂੰ ਉਹਦੀ ਟੈਨਸ਼ਨ ਆ ਕਿ ਸਾਡੇ ਨਾਲ ਕੱਲ੍ਹ ਨੂੰ ਕੀ ਹੋਣਾ। ਇਹ ਚੀਜ਼ ਆ ਕਿ ਜੇ ਹੁਣ ਅਸੀਂ ਹੱਥ ਪੈਰ ਜਿਸ ਤਰ੍ਹਾਂ ਮਾਰਾਂਗੇ, ਜਿਵੇਂ ਇੱਕ ਜਿਹਨੂੰ ਤੈਰਨਾ ਨਹੀਂ ਆਉਂਦਾ ਉਹ ਨਦੀ ਦੇ ਵਿੱਚ ਜਿਵੇਂ ਗਿਰ ਗਿਆ, ਉਹ ਜਿੰਨੇ ਹੱਥ ਪੈਰ ਮਾਰੂਗਾ ਉਹਨਾਂ ਵਿੱਚ ਗਿਰੂਗਾ।
ਪਰ ਜਦੋਂ ਉਹ ਆਪਣੀ ਕੋਸ਼ਿਸ਼ ਛੱਡ ਦਿੰਦਾ ਵਾ ਤਾਂ ਉਹ ਲਹਿਰ ਉਹਨੂੰ ਨਾਲ ਲੈ ਜਾਂਦੀ ਆ। ਇਸੇ ਤਰ੍ਹਾਂ ਜੇ ਅਸੀਂ ਆਪਣਾ ਪੂਰਾ ਸਮਰਪਣ ਅਸੀਂ ਉਸ ਅੱਗੇ ਕਰ ਦਾਂਗੇ, ਅੰਮ੍ਰਿਤ ਦੀ ਦਾਤ ਲੈਣਾ ਬਹੁਤ ਵੱਡੀ ਗੱਲ ਆ। ਪੰਜਾਂ ਪਿਆਰਾਂ ਦਾ ਜੋ ਸੀਸ ਲਿਆ ਸੀ, ਉਹਦਾ ਅਰਥ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਸੀ ਕਿ ਸਭ ਤੋਂ ਪਹਿਲਾਂ ਅਸੀਂ ਆਪਣੀ ਮੱਤ ਤਿਆਗਣੀ ਆ। ਇਸ ਚੀਜ਼ ਦਾ ਮੇਨ ਇਹੀ ਸੀ ਕਿ ਜੇ ਸੀਸ ਦੇਣ ਦਾ ਅਰਥ ਇਹੀ ਸੀ ਕਿ ਅਸੀਂ ਆਪਣੀ ਮੱਤ ਤਿਆਗਣੀ ਆ, ਪਰ ਅਸੀਂ ਆਪਣੀ ਮੱਤ ਨਹੀਂ ਤਿਆਗ ਰਹੇ। ਅਸੀਂ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਵੀ ਅਸੀਂ ਉਹ ਚੀਜ਼ਾਂ ਜਿਨ੍ਹਾਂ ਤੋਂ ਮਨਾਹੀ ਕੀਤੀ ਗਈ ਆ ਉਹ ਚੀਜ਼ਾਂ ਅਸੀਂ ਕਰ ਰਹੇ ਹਾਂ। ਅਤੇ ਜੇ ਹੁਣ ਅਸੀਂ ਉਹਦਾ ਸੁੱਖ ਲੈਣਾ ਵਾ ਤਾਂ ਫਿਰ ਸਾਨੂੰ ਹੁਕਮ ਦੇ ਵਿੱਚ ਆਉਣਾ ਪਊਗਾ। ਮਨਦੀਪ, ਹਰ ਵਿਅਕਤੀ ਅੱਜ ਦੇ ਸਮੇਂ ਦੇ ਵਿੱਚ ਇੰਨੇ ਸੁਚੱਜੇ ਵਿਚਾਰਾਂ ਵਾਲਾ ਨਹੀਂ ਹੈ। ਗੁਰੂਆਂ ਨੂੰ ਤਾਂ ਮੰਨਦੇ ਹਾਂ, ਪਰ ਗੁਰੂਆਂ ਦੀ ਅਸੀਂ ਨਹੀਂ ਮੰਨਦੇ। ਉਹੀ ਚੀਜ਼ ਆ, ਮੈਂ ਕਹਿਣਾ ਚਾਹੂੰਗੀ ਕਿ ਅੱਜ ਅਸੀਂ ਜੋ ਸਿੱਖੀ ਤੋਂ ਦੂਰ ਹੋ ਰਹੇ ਹਾਂ, ਅਸੀਂ ਸਿਰਫ ਦਰਸ਼ਨ ਕਰਨ ਤੱਕ ਰਹਿ ਗਏ ਹਾਂ ਕਿ ਅਸੀਂ ਗੁਰੂ ਘਰ ਗਏ, ਮੱਥਾ ਟੇਕਿਆ ਅਤੇ ਕੁਝ ਸਮਾਂ ਬਿਤਾਇਆ, ਸੇਵਾ ਕੀਤੀ, ਘਰ ਨੂੰ ਆ ਗਏ। ਪਰ ਮਹਾਰਾਜ ਨੇ ਸਾਨੂੰ ਕਿਹਾ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਹੈ ਨਾ। ਬਾਣੀ ਦੇ ਵਿੱਚ ਸਾਨੂੰ ਜੋ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਾਨੂੰ ਦੇਣ ਸਾਨੂੰ ਦਿੱਤੀ ਆ, ਜੋ ਗ੍ਰੰਥ ਰਚ ਕੇ ਦਿੱਤਾ, ਉਹ ਸਾਡੀ ਕਾਇਆ ਦੀ ਖੋਜ ਆ। ਜਦੋਂ ਅਸੀਂ ਖੋਜਾਂਗੇ, ਇੱਕ ਖੋਜੀ ਬਣ ਕੇ ਅਸੀਂ ਉਹਦੇ ਵਿੱਚੋਂ ਲੱਭਾਂਗੇ ਤਾਂ ਸਾਰੇ ਜੋ ਵੀ ਸਾਡਾ ਅੰਮ੍ਰਿਤ ਆ ਸਾਨੂੰ ਉਹਦੇ ਵਿੱਚੋਂ ਮਿਲ ਜਾਣਾ। ਅਤੇ ਇਹੀ ਚੀਜ਼ ਆ। ਹੁਣ ਦੇਖੋ ਉਹ ਕਿੱਡਾ ਬੇਅੰਤ ਆ, ਜਦੋਂ ਅਸੀਂ ਮਾਂ ਦੇ ਗਰਭ ਦੇ ਵਿੱਚ ਹੁੰਦੇ ਹਾਂ, ਸਾਡੇ ਆਉਣ ਤੋਂ ਪਹਿਲਾਂ ਦੁੱਧ ਆ ਜਾਂਦਾ। ਅਤੇ ਮਹਾਰਾਜ ਕਹਿੰਦੇ ਜਦੋਂ ਤੂੰ ਜਵਾਨ ਹੋਇਆ ਤੈਨੂੰ ਭੋਜਨ ਦਿੱਤਾ, ਸੁੱਖ ਸੁਵਿਧਾਵਾਂ ਦਿੱਤੀਆਂ, ਅਤੇ ਜਦੋਂ ਵਡੇਪਾ ਆਉਂਦਾ ਵਾ ਤਾਂ ਸਾਨੂੰ ਰਿਸ਼ਤੇ ਨਾਤੇ ਦੇ ਦਿੰਦਾ ਕਿ ਜੇ ਹੁਣ ਬਿਮਾਰ ਮੰਜੇ 'ਤੇ ਪੈ ਗਿਆ ਤਾਂ ਮੁੱਖ ਦੇ ਵਿੱਚ ਗਰਾਹੀ ਪਾਉਂਦੇ ਆ। ਅਤੇ ਇਹ ਚੀਜ਼ ਅਸੀਂ ਕਹਿੰਦੇ ਕਿ ਅਸੀਂ ਕਰਦੇ ਹਾਂ, ਅਸੀਂ ਕੁਝ ਨਹੀਂ ਕਰਦੇ। ਕਰਨ ਕਰਾਉਣ ਵਾਲਾ ਉਹ ਸਮਰੱਥਾ ਮਹਾਰਾਜ ਆਪ ਨੇ। ਅਤੇ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਕਿਉਂਕਿ ਸਾਡਾ ਇਤਿਹਾਸ ਬਹੁਤ ਵੱਡਾ ਸਾਨੂੰ ਸਿਖਾਉਂਦਾ। ਹੁਣ ਸਾਡੇ ਮਨ ਇੰਨੇ ਕੁ ਕਮਜ਼ੋਰ ਹੋ ਚੁੱਕੇ ਨੇ ਕਿਉਂਕਿ ਮਹਾਰਾਜ ਨੇ ਜਿਸ ਤਰ੍ਹਾਂ ਇੱਕ ਤਨ ਆਪਣਾ ਰੋਗੀ ਹੋ ਜਾਂਦਾ, ਅਸੀਂ ਬਾਹਰਲੀ ਦਵਾਈ ਲੈਂਦੇ ਹਾਂ, ਇਸੇ ਤਰ੍ਹਾਂ ਸਾਡਾ ਮਨ ਰੋਗੀ ਆ ਅਤੇ ਇਹਨੂੰ ਉਸ ਖੁਰਾਕ ਦੀ ਲੋੜ ਆ। 4 ਯੁੱਗਾਂ ਤੋਂ ਅਸੀਂ ਸਰੀਰ ਬਦਲਦੇ ਜਾ ਰਹੇ ਹਾਂ, ਕਦੇ ਕਿਸੇ ਸਰੀਰ 'ਚ, ਕਦੇ ਕਿਸੇ ਸਰੀਰ 'ਚ। ਅਤੇ ਮਹਾਰਾਜ ਨੇ ਫਰਮਾਤਾ ਕਿ ਕਰਮੀ ਆਪੋ ਆਪਣੀ ਕੇ ਨਿਰੇਕੇ ਦੂਰ, ਹੈ ਨਾ। ਇਹ ਸਾਡਾ ਸਿਰਫ ਜੇ ਸਾਡੇ ਸੰਯੋਗ ਨੇ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਉਂਦਾ ਵਾ ਜਾਂ ਜਾਂਦਾ, ਇਹ ਪਹਿਲਾਂ ਹੀ ਤੈਅ ਆ ਮਸਤਕ ਦੇ ਉੱਤੇ। ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਆਉਂਦੇ ਹਾਂ, ਉਹ ਅਸੀਂ ਆਪਣਾ ਨਾਲ ਲੈ ਕੇ ਆਉਂਦੇ ਹਾਂ ਕੀਤਾ। ਅਤੇ ਜੇ ਹੁਣ ਅਸੀਂ ਇੱਥੇ ਆਏ ਹਾਂ ਸੰਸਾਰ ਦੇ ਵਿੱਚ, ਅਤੇ ਉਹ ਚੀਜ਼ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਮਹਾਰਾਜ ਦੇ ਜਦੋਂ ਅਸੀਂ ਆਪਣਾ ਮਾਂ ਦੇ ਗਰਭ ਦੇ ਵਿੱਚ ਹੁੰਦੇ ਹਾਂ, ਸਾਡੀ ਲਿਵ ਉਸ ਅਕਾਲ ਪੁਰਖ ਨਾਲ ਜੁੜੀ ਹੁੰਦੀ ਆ। ਅਤੇ ਜਦੋਂ ਕਹਿ ਦਿੰਦੇ ਹਾਂ ਕਿ ਬੱਚਾ ਹਿੱਲ ਰਿਹਾ, ਉਹ ਹਿੱਲ ਨਹੀਂ ਰਿਹਾ ਹੁੰਦਾ, ਮਹਾਰਾਜ ਆਪਣੇ ਨਾਲੋਂ ਲਿਵ ਤੋੜਦਾ ਹੁੰਦਾ ਅਤੇ ਫਿਰ ਸਮਝਾਉਂਦਾ ਹੁੰਦਾ ਕਿ ਜਿਸ ਤਰ੍ਹਾਂ ਵੀ ਇੱਥੇ ਮਾਂ ਦੇ ਗਰਭ ਦੇ ਵਿੱਚ ਤੈਨੂੰ ਅਗਨ ਲੱਗੀ ਆ, ਕਿਉਂਕਿ ਉੱਥੇ ਇੰਨੀ ਕੁ ਅਗਨ ਆ ਕਿ ਲੋਹਾ ਵੀ ਪਿਘਲ ਜਾਵੇ, ਅਤੇ ਕਿ ਜਿਸ ਤਰ੍ਹਾਂ ਇਸ ਤਰ੍ਹਾਂ ਹੁਣ ਤੇ ਗਰਭ ਦੇ ਵਿੱਚ ਤੈਨੂੰ ਇਹ ਅੱਗ ਲੱਗ ਰਹੀ ਆ, ਜੇ ਤੂੰ ਸੰਸਾਰ ਦੇ ਵਿੱਚ ਮੇਰੇ ਨਾਲ ਟੁੱਟੇਂਗਾ, ਇਸੇ ਤਰ੍ਹਾਂ ਤੈਨੂੰ ਉੱਥੇ ਇਹ ਅਗਨ ਲੱਗਣੀ ਆ, ਹੈ ਨਾ। ਮਨਦੀਪ, ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਕਿ ਮਨ ਮੈਲਾ ਹੋ ਚੁੱਕਾ ਹੈ। ਜੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ, ਜਿਨ੍ਹਾਂ ਤੱਕ ਪ੍ਰਚਾਰ ਸਹੀ ਤਰ੍ਹਾਂ ਨਹੀਂ, ਜਿਨ੍ਹਾਂ ਤੱਕ ਨਹੀਂ ਪਹੁੰਚ ਰਿਹਾ ਗੁਰੂਆਂ ਦੀ ਬਾਣੀ, ਅਸਲ ਮਤਲਬ ਕੀ ਹੈ ਉਹ ਨਹੀਂ, ਪ੍ਰਚਾਰ ਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਰਹੀ ਹੈ। ਤਾਂ ਹੀ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਜਿਸ ਤਰ੍ਹਾਂ ਤੁਹਾਡੇ ਜਦੋਂ ਦਾੜਾ ਪ੍ਰਕਾਸ਼ ਹੋਇਆ ਹੈ, ਹੋਰਾਂ ਦੇ ਹੁੰਦਾ ਹੋਣਾ ਤਾਂ ਉਹਨੂੰ ਇੱਕ ਹਾਰਮੋਨਲ ਚੇਂਜ ਸਮਝ ਕੇ ਜਾਂ ਕੋਈ ਸਿੰਡਰੋਮ ਸਮਝ ਕੇ ਇਲਾਜ ਕਰਵਾ ਲੈਂਦੇ ਹੋਣੇ ਆ, ਅਤੇ ਇਹਨੂੰ ਬਾਬੇ ਦੀ ਮਿਹਰ ਨਹੀਂ ਮੰਨਦੇ ਹੋਣੇ। ਹਾਂਜੀ, ਇਹ ਚੀਜ਼ ਹੈ ਕਿਉਂਕਿ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਜੋ ਸਾਨੂੰ ਕਾਇਆ ਮਿਲੀ ਆ ਇਹ ਕੁਝ ਸਮੇਂ ਲਈ ਮਿਲੀ ਆ। ਕਿਉਂਕਿ ਦੇਖੋ ਅਸੀਂ ਆਪ ਨਹੀਂ ਸਰੀਰ ਨੂੰ ਨਾਲ ਲੈ ਕੇ ਆਏ, ਜਾਂ ਜੋ ਵੀ ਸੰਸਾਰ ਦੇ ਉੱਤੇ ਚੀਜ਼ ਆ ਉਹ ਅਸੀਂ ਆਪ ਨਹੀਂ ਲੈ ਕੇ ਆਏ। ਸਭ ਕੁਛ ਇੱਥੇ ਹੀ ਮਿਲਿਆ ਸਾਨੂੰ, ਚਾਹੇ ਕੁਝ ਵੀ ਆਪਾਂ ਕਹਿ ਦਈਏ। ਅੱਜ ਅਸੀਂ ਮਿੱਟੀ ਤੋਂ ਅਸੀਂ ਯਾਨੀ ਇੱਟਾਂ ਬਣਾ ਕੇ ਘਰ ਬਣਾ ਲਏ, ਲੋਹੇ ਤੋਂ ਅਸੀਂ ਕਿੰਨਾ ਯਾਨੀ ਜੋ ਵਿੱਚ ਖਣਿਜ ਪਦਾਰਥ ਆਪਾਂ ਨੂੰ ਮਿਲੇ ਉਹ ਸਭ ਉਹਦੀ ਦੇਣ ਆ। ਅਤੇ ਇਹੀ ਚੀਜ਼ ਅਸੀਂ ਕਹਿੰਦੇ ਹਾਂ ਕਿ ਹਾਂ ਸਰੀਰ ਦੇ ਵਿੱਚ ਜੇ ਰੋਗ ਲੱਗ ਗਿਆ, ਰੋਗ ਲੱਗਦਾ ਕਿਉਂ ਆ ਸਾਨੂੰ ਇਹੀ ਨਹੀਂ ਪਤਾ। ਅਤੇ ਜਦੋਂ ਅਸੀਂ ਬਾਣੀ ਨਾਲ ਟੁੱਟਦੇ ਹਾਂ ਜਾਂ ਅਸੀਂ ਆਪਣੇ ਮੂਲ ਨਾਲੋਂ ਟੁੱਟਦੇ ਹਾਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ, ਇੱਕ ਜਿਵੇਂ ਪੌਦਾ ਆਪਣੀ ਜੜ ਦੇ ਨਾਲ ਆ ਤਾਂ ਉਹ ਯਾਨੀ ਖਿਲਿਆ ਰਹਿੰਦਾ, ਅਤੇ ਜਦੋਂ ਉਹ ਤੋਂ ਵੱਖ ਹੋ ਜਾਂਦਾ ਤਾਂ ਮੁਰਝਾ ਜਾਂਦਾ। ਇਹੀ ਚੀਜ਼ ਸਾਡੇ ਨਾਲ ਆ, ਅਸੀਂ ਜੇ ਉਹਦੇ ਨਾਲ ਜੁੜੇ ਰਵਾਂਗੇ ਤਾਂ ਜਿੱਡੀ ਮਰਜ਼ੀ ਸਾਡੇ ਉੱਤੇ ਪ੍ਰੋਬਲਮ ਆ ਜਾਵੇ, ਕਿਉਂਕਿ ਉਹ ਚੀਜ਼ ਸਾਨੂੰ ਕਈ ਵਾਰੀ ਮਹਾਰਾਜ ਦੁੱਖ ਨੂੰ, ਹੈ ਨਾ, ਬਾਣੀ ਦੇ ਵਿੱਚ ਕਿਹਾ ਕਿ ਦੁੱਖ ਦਾਰੂ ਸੁੱਖ ਰੋਗ ਪਿਆ,
ਹੁਣ ਮੈਂ ਇਹ ਚੀਜ਼ ਆਪਣੇ ਤੇ ਲਗਾਉਂਗੀ ਕਿ ਜੇ ਉਹ ਦੁੱਖ ਆਇਆ ਸੀ ਤਾਂ ਉਹ ਮੇਰੇ ਲਈ ਦਾਰੂ ਬਣਿਆ। ਮੈਂ ਉਹ ਚੀਜ਼ ਦਾ ਪਛਤਾਵਾ ਨਹੀਂ ਕਰਦੀ ਕਿ ਉਹ ਆਏ ਮੇਰੇ ਨਾਲ ਇੱਦਾਂ ਹੋਇਆ ਵੀ ਮੈਂ ਅੱਜ ਗ੍ਰਹਿਸਥੀ ਤੋਂ ਦੂਰ ਹਾਂ। ਦੇਖੋ ਮਹਾਰਾਜ ਨੇ ਕਿਰਪਾ ਕੀਤੀ ਆ ਤਾਂ ਮਨ ਨੂੰ ਹੁਣ ਇਹੀ ਹੈ ਕਿ ਅੱਗੇ ਜਿਸ ਤਰ੍ਹਾਂ ਹੁਣ ਆਪਣਾ ਨਾਮ ਜਪਵਾ ਰਹੇ ਨੇ ਵੀ ਇਸੇ ਤਰ੍ਹਾਂ ਨਾਮ ਜਪਦੇ ਹੋਏ ਜੇ ਕਿਤੇ ਕੋਈ ਆ ਜਾਂਦਾ ਤਾਂ ਉਹਦੀ ਮਾਲਕ ਦੀ ਉਸਤਤ ਕਰ ਲਈਦੀ ਆ ਵੀ ਇਸੇ ਤਰ੍ਹਾਂ ਸਮਾਂ ਮੇਰਾ ਨਿਕਲ ਜਾਵੇ। ਮਨਦੀਪ, ਜਦੋਂ ਤੁਸੀਂ ਕਿਹਾ ਦੁੱਖ ਆਇਆ ਜਾਂ ਜਦੋਂ ਮਨ ਦੁਖੀ ਹੁੰਦਾ ਤਾਂ ਇੱਕ ਸੂਝਵਾਨ ਵਿਅਕਤੀ ਹੁੰਦਾ, ਉਹ ਕਲਮ ਜਾਂ ਕਿਤਾਬ ਦਾ ਸਹਾਰਾ ਲੈਂਦਾ। ਹਾਂਜੀ, ਤੇ ਉਹ ਚੀਜ਼ ਮਹਾਰਾਜ ਨੇ ਇਸ ਚੀਜ਼ ਦੇ ਉੱਤੇ ਵੀ ਮੇਰੇ ਉੱਤੇ ਮੈਂ ਕਹੂੰਗੀ ਕਿ ਕਿਰਪਾ ਕੀਤੀ। ਤੇ ਇੱਕ ਜਾਣੀ ਆਪਾਂ ਕਹਿ ਦਈਏ ਕਿ ਇੱਕ ਮੈਸੇਜ ਜੋ ਆਪ ਲਿਖਵਾ ਰਹੇ ਆ, ਕਿਉਂਕਿ ਬਾਣੀ ਪੜ੍ਹਦੇ ਆ ਤੇ ਬਾਣੀ ਦੇ ਵਿੱਚੋਂ ਜਿਵੇਂ ਹੁਣ ਆਪਾਂ ਕਹਿ ਦਈਏ ਜਪਜੀ ਸਾਹਿਬ ਪੂਰੇ ਗ੍ਰੰਥ ਸਾਹਿਬ ਦਾ ਨਿਚੋੜ ਆ, ਉਹਦੇ ਵਿੱਚੋਂ ਅਸੀਂ ਸਾਰਾ ਕੁਛ ਜਾਣੀ ਆਪਾਂ ਨੂੰ ਦੱਸਤਾ ਮਹਾਰਾਜ ਨੇ ਕਿ ਸਾਡਾ ਅਸੀਂ ਪਰਮਾਤਮਾ ਨੂੰ ਕਿਵੇਂ ਮਿਲ ਸਕਦੇ ਹਾਂ, ਹੈ ਨਾ। ਕਿ ਸਾਡਾ ਹੁਣ ਆਪਾਂ ਨੂੰ ਦੱਸਦੇ ਕਿ ਭਰੀਏ ਮਤ ਪਾਪਾ ਕੇ ਸੰਗ, ਹੈ ਨਾ। ਕਹਿੰਦੇ ਜਿਵੇਂ ਇੱਕ ਸਾਬਣ ਆ ਉਹ ਕੱਪੜੇ ਦੀ ਮੈਲ ਨੂੰ ਕੱਢ ਦਿੰਦਾ ਵਾ, ਇਸ ਤਰ੍ਹਾਂ ਜਿਹੜਾ ਨਾਮ ਆ ਉਸ ਜਿਵੇਂ ਹੁਣ ਅਸੀਂ ਕਿੰਨਾ ਵੀ ਅਸੀਂ ਆਪਾਂ ਕਹਿ ਦਈਏ ਵੀ ਅਸੀਂ ਪਿੱਛੇ ਪਾਪ ਕਰਮ ਕਰ ਚੁੱਕੇ ਹਾਂ, ਪਰ ਜੇ ਅਸੀਂ ਇੱਕ ਖਿੰਨ ਵੀ ਬਹਿ ਕੇ ਉਹਦਾ ਨਾਮ ਜਪਦੇ ਹਾਂ ਤਾਂ ਸਾਡੇ ਕਰੋੜਾਂ ਜਨਮਾਂ ਦੇ ਜੋ ਪਾਪ ਨੇ ਉਹ ਖਤਮ ਹੁੰਦੇ ਨੇ। ਪਰ ਬਸ਼ਰਤਾ ਇਹ ਆ ਕਿ ਸਾਡੀ ਸੁਰਤ ਉੱਥੇ ਜੁੜੀ ਹੋਈ ਹੋਣੀ ਚਾਹੀਦੀ ਆ। ਜੇ ਹੁਣ ਆਪਾਂ ਕਹਿ ਦਈਏ ਕਿ ਅਸੀਂ ਮੁੱਖ ਦੇ ਨਾਲ ਰਾਮ ਰਾਮ ਕਰ ਲਿਆ, ਵਾਹਿਗੁਰੂ ਜਪ ਲਿਆ, ਤੇ ਅਸੀਂ ਕਹੀਏ ਕਿ ਸਾਡੇ 'ਚ ਫਰਕ ਕਿਉਂ ਨਹੀਂ ਆਇਆ। ਇਸ ਚੀਜ਼ ਦੀ ਵੀ ਜਿਵੇਂ ਹੁਣ ਆਪਾਂ ਨੂੰ ਡਾਕਟਰ ਕਹਿ ਦਿੰਦਾ ਕਿ ਤੁਸੀਂ ਦਵਾਈ ਲਈ ਆ, ਨਾਲ ਆਪਾਂ ਨੂੰ ਪਰਹੇਜ਼ ਦੱਸਦਾ, ਤੇ ਇਸੇ ਤਰ੍ਹਾਂ ਮਹਾਰਾਜ ਸਾਨੂੰ ਪਰਹੇਜ਼ ਦੱਸਦੇ ਆ ਕਿ ਜੇ ਤੁਸੀਂ ਬਾਣੀ ਪੜ੍ਹਦੇ ਹੋ, ਨਾਮ ਜਪਦੇ ਹੋ, ਕਿਉਂਕਿ ਪੈਸਾ ਕਮਾਉਣਾ ਸੌਖਾ ਪਰ ਉਹਨੂੰ ਸੰਭਾਲਣਾ ਔਖਾ। ਇੱਕ ਖਿੰਨ 'ਚ ਅਸੀਂ ਆਪਦੀ ਕਰੋੜਾਂ ਦੀ ਜੋ ਵੀ ਅਸੀਂ ਆਪਣੇ ਕੋਲੇ ਸਾਡਾ ਪੈਸਾ ਅਸੀਂ 1 ਮਿੰਟ 'ਚ ਖ਼ਤਮ ਕਰ ਸਕਦੇ ਹਾਂ। ਉਸ ਚੀਜ਼ ਨੂੰ ਸੰਭਾਲਣ ਦੇ ਲਈ ਇੱਕ ਕਾਬਲੀਅਤ ਚਾਹੀਦੀ ਆ, ਕਿਉਂਕਿ ਮਹਾਰਾਜ ਨੇ ਕਹਿਤਾ ਕਿ ਜੇ ਨਾਮ ਜਪਿਆ ਤਾਂ ਉਹਨੂੰ ਸੰਭਾਲੋ। ਹੁਣ ਉਹ ਸੰਭਲਦਾ ਕਿਉਂ ਨਹੀਂ, ਸਾਨੂੰ ਕਿਤੇ ਵੀ ਸਮਾਂ ਮਿਲ ਗਿਆ ਬੈਠਣ ਦਾ ਅਸੀਂ ਇੱਕ ਦੂਜੇ ਦੀ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ, ਜਿੱਥੇ ਸਾਡੀ ਉਹ ਕਮਾਈ ਚਲੇ ਜਾਂਦੀ ਆ। ਕਿਉਂਕਿ ਅਸੀਂ ਆਪਣਾ ਭਾਰ ਤਾਂ ਚੱਕਿਆ ਹੀ ਹੋਇਆ, ਦੂਜੇ ਦਾ ਵੀ ਅਸੀਂ ਆਪਣੇ ਉੱਪਰ ਲੈ ਰਹੇ ਹਾਂ। ਇਹ ਚੀਜ਼ਾਂ ਨੇ ਕਿ ਆਪਾਂ ਜੇ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਕਹੀਏ ਕਿ ਅਸੀਂ ਆਪਣਾ ਜੀਵਨ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਪਊਗਾ ਕਿ ਨਾਲ ਦੀ ਨਾਲ ਸਾਨੂੰ ਪਰਹੇਜ਼, ਜਿੱਥੇ ਬੈਠੋ ਉਹਦੀ ਉਸਤਤ ਕਰੋ, ਫਿਰ ਉਹ ਰੰਗ ਚੜ੍ਹਦਾ ਚੜ੍ਹਦਾ ਚੜ੍ਹਦਾ। ਪਰਮਾਤਮਾ ਨੇ ਕਦੇ ਵੀ ਇਹ ਨਹੀਂ ਸਿਖਾਇਆ ਕਿ ਕਿਸੇ ਦੀ ਨਿੰਦਿਆ ਕਰੋ, ਝੂਠ ਬੋਲੋ ਜਾਂ ਪਖੰਡਾਂ ਦੇ ਵਿੱਚ ਨਹੀਂ ਪੈਣਾ। ਜਿਹੜਾ ਅੱਜ ਘਮੰਡ, ਜਿਹਨੂੰ ਇੱਕ ਸ਼ਿੰਗਾਰ ਬਣਾਇਆ ਹੋਇਆ ਵਿਅਕਤੀ ਨੇ, ਘਮੰਡ ਤੋਂ ਹਮੇਸ਼ਾ ਦੂਰ ਰਹਿਣ ਦੇ ਲਈ ਕਿਹਾ। ਪਰ ਜਦੋਂ ਪ੍ਰਚਾਰ ਹੁੰਦਾ ਹੈ, ਜਿਹੜੇ ਪ੍ਰਚਾਰਕ ਹੁੰਦੇ ਨੇ, ਘਮੰਡ, ਝੂਠ ਜਾਂ ਨਿੰਦਿਆ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ। ਇਸ ਚੀਜ਼ ਲਈ ਮੈਂ ਇੱਕ ਕਹਿਣਾ ਚਾਹੂੰਗੀ, ਮਹਾਰਾਜ ਨੇ ਬਾਣੀ ਦੇ ਵਿੱਚ ਫਰਮਾਇਆ ਕਿ ਜਿਸ ਤਰ੍ਹਾਂ ਇੱਕ ਔਰਤ ਆਪਣੇ ਪਤੀ ਦੇ ਲਈ ਸ਼ਿੰਗਾਰ ਕਰਦੀ ਆ, ਉਹ ਤਾਂਘ ਹੁੰਦੀ ਆ, ਉਹਨੂੰ ਦਿਖਾਉਣ ਦੇ ਲਈ ਆਪਣੇ ਆਪ ਨੂੰ ਸ਼ਿੰਗਾਰਦੀ ਆ, ਤੇ ਇਸੇ ਤਰ੍ਹਾਂ ਅਸੀਂ ਪਰਮਾਤਮਾ ਨੂੰ ਜੇ ਆਪਣੇ ਵੱਲ ਕਹਿ ਦਈਏ ਵੀ ਆਕਰਸ਼ਿਤ ਕਰਨਾ ਵਾ ਤਾਂ ਸਾਡੇ ਅੰਦਰ ਸਾਨੂੰ ਮਹਾਰਾਜ ਨੇ ਕਿਹਾ ਕਿ ਉਹ ਗੁਣ ਲੈ ਕੇ ਆਓ, ਉਹ ਗੁਣਾਂ ਦਾ ਸ਼ਿੰਗਾਰ ਕਰੋ, ਉਹਦੇ ਭੈ ਦਾ ਸ਼ਿੰਗਾਰ ਕਰੋ, ਹੈ ਨਾ। ਤੇ ਇਹੀ ਹੈ ਕਿ ਸਾਡੇ ਅੰਦਰ ਉਹ ਪਹਿਲਾਂ ਗੁਣ ਆਉਣਗੇ, ਫਿਰ ਅਸੀਂ ਆਪਣੀ ਜੋ ਆਪਣੀ ਕਹਿ ਦਈਏ ਕਿ ਜੋ ਰਾਹ ਵਾ ਉਹਦੇ ਉੱਤੇ ਅਸੀਂ ਫਿਰ ਤੁਰਾਂਗੇ। ਜਿੰਨਾ ਚਿਰ ਸਾਡੇ ਅੰਦਰ ਉਹ ਗੁਣ ਨਹੀਂ ਆਏ, ਉਹ ਗੁਣ ਕਿਹੜੇ ਨੇ? ਮਹਾਰਾਜ ਕਹਿੰਦੇ ਕਿ ਸਭ ਤੋਂ ਪਹਿਲਾਂ ਅੰਦਰ ਆਪਣੇ ਸਹਿਣਸ਼ੀਲਤਾ, ਜਤ ਸਤ ਸੰਤੋਖ, ਹੈ ਨਾ। ਦੂਜੇ 'ਤੇ ਕਿਉਂਕਿ ਦਇਆ ਜਦੋਂ ਸਾਡੇ ਅੰਦਰ ਆ ਜਾਂਦੀ ਆ, ਕਿਸੇ ਵੀ ਚੀਜ਼ ਨੂੰ ਆਪਾਂ ਕਹਿੰਦੇ ਹਾਂ ਕਿ ਹਰੇਕ ਚੀਜ਼ ਦੇ ਵਿੱਚ ਜਦੋਂ ਅਸੀਂ ਕਹਿੰਦੇ ਘੱਟ ਘੱਟ ਹਰਜੂ ਵਸੇ, ਉਹ ਹਰੇਕ ਦੇ ਵਿੱਚ ਵਸ ਰਿਹਾ। ਸਾਨੂੰ ਦੇਖ ਕੇ ਕਿਤੇ ਵੀ ਅਸੀਂ ਕੁਛ ਦੇਖਦੇ ਹਾਂ, ਸਾਡੇ ਅੱਜ ਸਾਹਮਣੇ ਕਹਿ ਦਈਏ ਕਿ ਅੱਜ ਦਾ ਸਮਾਂ ਹੁਣ ਇੱਦਾਂ ਹੋ ਗਿਆ ਕਿ ਸਾਹਮਣੇ ਇਨਸਾਨ ਮਰ ਰਿਹਾ ਹੁੰਦਾ ਤੇ ਅਸੀਂ ਵੀਡੀਓ ਬਣਾ ਰਹੇ ਹੁੰਦੇ ਹਾਂ। ਇਹ ਚੀਜ਼ ਸੱਚਾਈ ਆ ਅੱਜ ਦੀ। ਸੋ ਇਹੀ ਹੈ ਕਿ ਸਭ ਤੋਂ ਪਹਿਲਾਂ ਜੇ ਅਸੀਂ ਇਸ ਰਸਤੇ ਦੇ ਉੱਤੇ ਤੁਰਨਾ ਤਾਂ ਸਾਡੇ ਅੰਦਰ ਉਹ ਗੁਣ ਆਉਣੇ ਜ਼ਰੂਰੀ ਹੈ। ਮਨਦੀਪ, ਇੱਕ ਵਿਦੇਸ਼ ਦੇ ਵਿੱਚ ਹਰਨਾਮ ਕੌਰ ਨਾਮ ਦੀ ਕੁੜੀ, ਜਿਹਨੂੰ ਦ ਬੀਅਰਡ ਵੂਮਨ ਕਹਿ ਕੇ ਵੀ ਜਾਣਿਆ ਜਾਂਦਾ, ਉਹਨੂੰ ਉਹਦਾ ਨਾਮ ਜਿਹੜਾ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਇਆ, ਉਹ ਅੱਜ ਇੱਕ ਮਾਡਲ ਦੇ ਰੂਪ ਦੇ ਵਿੱਚ ਸਾਨੂੰ ਦਿਖਾਈ ਦੇ ਰਹੀ ਹੈ, ਰੈਂਪ ਵਾਕ ਕਰ ਰਹੀ ਹੈ। ਤਾਂ ਤੁਸੀਂ ਇਹ ਜਿਹੜੀ ਮਿਹਰ ਹੋਈ ਹੈ, ਜਿਹਨੂੰ ਤੁਸੀਂ ਵਾਹਿਗੁਰੂ ਦੀ ਮਿਹਰ ਕਹਿੰਦੇ ਹੋ, ਜਦੋਂ ਹਰਨਾਮ ਕੌਰ 'ਤੇ ਹੋਈ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਸ ਰਸਤੇ ਉਹ ਪੈ ਗਈ ਉਹਨੂੰ ਪੈਣਾ ਚਾਹੀਦਾ ਸੀ ਇਸ ਰਸਤੇ? ਉਹ ਉਸੇ ਚੀਜ਼ ਦਾ ਮੈਂ ਐਕਚੁਅਲੀ ਜਦੋਂ ਉਹਨਾਂ ਦੀ ਫੋਟੋ ਮੈਂ ਪਹਿਲਾਂ ਦੇਖੀ ਸੀ, ਮੈਨੂੰ ਖੁਸ਼ੀ ਹੋਈ ਸੀ।
ਪਰ ਜਦੋਂ ਡੂੰਘਾਈ ਦੇ ਵਿੱਚ ਦੇਖਿਆ ਉਹਨਾਂ ਨੂੰ ਤਾਂ ਮਨ ਨੂੰ ਬਹੁਤ ਦੁੱਖ ਲੱਗਿਆ ਕਿ ਮਹਾਰਾਜ ਨੇ ਜੇ ਕਿਰਪਾ ਕੀਤੀ ਤਾਂ ਉਹ ਸੰਭਾਲੀ ਨਹੀਂ ਗਈ। ਕਿਉਂਕਿ ਇੱਕ ਸਿਰਫ ਅਸੀਂ ਕਹਿ ਦਈਏ ਨਾ ਵੀ ਦਸਤਾਰ ਇਹਦਾ ਬਹੁਤ ਵੱਡਾ ਵਾ, ਵੀ ਇਹ ਸਿਰ ਦੇ ਕੇ ਸਰਦਾਰੀਆਂ ਲਈਆਂ ਨੇ ਆਪਾਂ, ਅਤੇ ਮਾਡਲਿੰਗ ਕਰਨੀ ਇਹ ਸਾਡਾ ਤਾਂ ਰਾਹ ਹੀ ਨਹੀਂ ਗਾ। ਮਹਾਰਾਜ ਨੇ ਸਾਨੂੰ ਕਹਿ ਤਾ ਕਿ ਇਹੋ ਜਿਹਾ ਪਹਿਨੋ ਹੀ ਨਾ ਕਿ ਜਿਹਨੂੰ ਦੇਖ ਕੇ ਦੂਜੇ ਦੇ ਮਨ ਦੇ ਵਿੱਚ ਵਿਕਾਰ ਆਉਣ। ਸਾਦਾ ਜੀਵਨ ਹੋਣਾ ਚਾਹੀਦਾ। ਅਤੇ ਇਸ ਚੀਜ਼ ਨੂੰ ਮੈਨੂੰ ਇਸ ਚੀਜ਼ ਦਾ ਦੁੱਖ ਆ ਕਿ ਉਹਨਾਂ ਨੇ ਜੇ ਕਰਨਾ ਹੁੰਦਾ, ਪਰ ਗੱਲ ਇਹੀ ਆ ਜਾਂਦੀ ਹੈ ਨਾ ਕਿ ਮਹਾਰਾਜ ਨੇ ਕਿਰਪਾ ਦੀ ਆ ਜਾਂਦੀ ਆ ਕਿ ਸ਼ਾਇਦ ਉਹਨਾਂ 'ਤੇ ਉਹ ਕਿਰਪਾ ਨਹੀਂ ਹੋਈ, ਕਿਉਂਕਿ ਉਹ ਜਾਂ ਹੋਈ ਤਾਂ ਉਹਨਾਂ ਕੋਲ ਸਾਂਭੀ ਨਹੀਂ ਗਈ। ਹਾਂਜੀ, ਇਹ ਤੁਸੀਂ ਸਲਾਹ ਦਿੱਤੀ ਉਹਨਾਂ ਨੂੰ ਕਦੀ ਕਿ ਗਲਤ ਰਾਹ ਪੈ ਰਹੇ ਹੋ? ਮੈਂ ਇੱਕ ਵਾਰੀ ਮੈਸੇਜ ਪਾਇਆ ਸੀ ਜ਼ਰੂਰ ਉਹਨਾਂ ਨੂੰ ਕਿ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਅਤੇ ਉਹਨਾਂ ਨੇ ਰਿਪਲਾਈ ਹੀ ਕੀਤਾ ਸੀ ਕਿ ਆਪਣੇ ਕੰਮ ਤੱਕ ਮਤਲਬ ਰੱਖੋ, ਅਤੇ ਉਸ ਤੋਂ ਬਾਅਦ ਆਪਾਂ ਕਿਹਾ ਨਹੀਂ, ਕਿਉਂਕਿ ਇੱਕ ਵਾਰ ਕਹਿਣ ਦਾ ਜਾਣੀ ਮਨ 'ਚ ਆਇਆ ਸੀ ਕਿ ਆਪਾਂ ਕਹੀਏ, ਅਤੇ ਇਹ ਚੀਜ਼ ਚਲੋ ਠੀਕ ਹੈ, ਆਪਣੀ ਆਪਣੀ ਸੋਚ ਹੈ ਨਾ। ਪਰਮਾਤਮਾ ਨੇ ਮਿਹਰ ਕੀਤੀ ਸੀ ਪਰ ਸਾਂਭੀ ਨਹੀਂ ਗਈ। ਹਾਂਜੀ, ਉਹੀ ਆ ਕਿ ਸਿੱਖੀ ਨੂੰ ਅਸੀਂ ਜੇ ਕਹੀਏ ਕਿ ਅੱਜ ਸਿੱਖੀ ਦਾ ਮਤਲਬ ਹੁੰਦਾ ਸਿੱਖਣਾ। ਜੇ ਉਹਨਾਂ ਦੇ 'ਤੇ ਉਹ ਸਮਾਂ ਆਇਆ ਸੀ ਤਾਂ ਉਸ ਚੀਜ਼ ਤੋਂ ਸਿੱਖਦੇ, ਅਤੇ ਉਹ ਚੀਜ਼ ਜੋ ਆਪਾਂ ਕਹਿ ਦਈਏ ਜਾਂ ਮਾਡਲਿੰਗ ਵਾਲੇ ਪਾਸੇ ਚਲੇ ਗਏ, ਕਿਉਂਕਿ ਦੁਨਿਆਵੀ ਧਨ ਅੱਜ ਹੈ ਕੱਲ੍ਹ ਨੂੰ ਨਹੀਂ ਹੈ, ਪਰ ਜੋ ਧਨ ਪਰਮਾਤਮਾ ਸਾਨੂੰ ਦਿੰਦਾ ਉਹ ਸਦੀਵੀਂ ਹੀ ਰਹਿੰਦਾ। ਅਤੇ ਉਸੇ ਧਨ ਦੇ ਨਾਲ ਜਿਵੇਂ ਆਪਾਂ ਕਹਿ ਦਈਏ ਨਾ ਅਸੀਂ ਪਾਸਪੋਰਟ ਤੋਂ ਬਿਨਾਂ ਅਸੀਂ ਬਾਹਰ ਨਹੀਂ ਜਾ ਸਕਦੇ, ਅਤੇ ਨਾਮ ਧਨ ਤੋਂ ਬਿਨਾਂ ਅਸੀਂ ਉਸ ਅਕਾਲ ਪੁਰਖ ਨੂੰ ਨਹੀਂ ਮਿਲ ਸਕਦੇ। ਇਹ ਚੀਜ਼ ਹੈ। ਮਨਦੀਪ, ਨੌਜਵਾਨਾਂ ਨੂੰ ਅੱਜ ਬਹੁਤ ਸੇਧ ਮਿਲੇਗੀ, ਜਿਹੜੇ ਸਿੱਖ ਨੌਜਵਾਨ ਨੇ, ਜਿਹੜੇ ਅੱਜ ਪਤਾ ਨਹੀਂ ਕਿਹੜੇ ਵਹਿਮ ਦੇ ਵਿੱਚ, ਕਿਹੜੇ ਭੁਲੇਖੇ ਦੇ ਵਿੱਚ ਗੁਰੂ ਦੀ ਬਾਣੀ ਤੋਂ ਵਿਸਰੇ ਹੋਏ ਨੇ, ਜਾਂ ਉਸ ਰਾਹ ਨਹੀਂ ਤੁਰ ਰਹੇ ਜਿਸ ਰਾਹ 'ਤੇ ਸਾਡੇ ਗੁਰੂਆਂ ਨੇ ਤੁਰਨ ਨੂੰ ਕਿਹਾ। ਉਹਨਾਂ ਨੂੰ ਕੀ ਸੇਧ ਜਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਉਹਨਾਂ ਲਈ ਇਹੀ ਸੁਨੇਹਾ, ਕਿਉਂਕਿ ਦੇਖੋ ਇਹ ਉਹ ਨਸ਼ਾ ਕਰ ਰਹੇ ਨੇ ਜੋ ਕੁਝ ਕੁ ਸਮੇਂ ਲੈਣ ਤੋਂ ਬਾਅਦ ਦੁਬਾਰਾ ਲੋੜ ਪੈਂਦੀ ਆ, ਪਰ ਮਹਾਰਾਜ ਜੋ ਨਸ਼ਾ ਦੇ ਰਹੇ ਨੇ ਉਹ ਸਦੀਵੀ ਆ, ਅਤੇ ਜੇ ਅਸੀਂ ਇਸ ਪਾਸੇ ਆਵਾਂਗੇ ਤਾਂ ਉਹ ਆਪ ਕਿਰਪਾ ਕਰਦੇ ਨੇ। ਮੇਰੇ ਬ੍ਰਦਰ ਦੀ ਮੈਂ ਗੱਲ ਕਰਾਂ, ਇੱਕ ਸਮਾਂ ਸੀ ਉਹ ਵੀ ਕੁਰਾਹੇ ਪਏ ਹੋਏ ਸੀ। ਮੈਂ ਕਹਾਂ ਕਿ ਕੋਈ ਇਹੋ ਜਿਹਾ ਨਸ਼ਾ ਨਹੀਂ ਹੋਣਾ ਜੋ ਉਹਨਾਂ ਨੇ ਨਹੀਂ ਕੀਤਾ ਹੋਣਾ। ਉਸ ਵੇਲੇ ਅਰਦਾਸਾਂ ਬੇਨਤੀਆਂ ਕੀਤੀਆਂ, ਉਸ ਵੇਲੇ ਇਹੀ ਆਖਣਾ ਕਿ ਮਹਾਰਾਜ ਕਿਰਪਾ ਕਰੋ, ਅਤੇ ਅਚਾਨਕ ਹੀ ਇਹਨਾਂ ਨੇ ਜਾਣੀ ਇੱਕਦਮ ਹੀ ਉਹੋ ਜਿਹੇ ਗੁਰਮੁਖ ਮਿਲਣੇ ਸ਼ੁਰੂ ਹੋ ਗਏ ਇਹਨਾਂ ਨੂੰ ਕਿ ਤੁਸੀਂ ਵੀ ਆਪਣਾ ਸਿੱਖੀ ਰੂਪ 'ਚ ਆਓ, ਅਤੇ ਥੋੜ੍ਹੇ ਸਮੇਂ 'ਚ ਮਹਾਰਾਜ ਨੇ ਕਿਰਪਾ ਕੀਤੀ। ਮੈਨੂੰ ਲੱਗਦਾ ਕਿ 1 ਸਾਲ ਦੇ ਵਿੱਚ ਹੀ ਜਾਣੀ ਆਉਂਦੀ ਵਿਸਾਖੀ ਨੂੰ ਇਹਨਾਂ ਨੇ ਅੰਮ੍ਰਿਤ ਦੀ ਦਾਤ ਲੈ ਲਈ ਸੀ। ਤੁਸੀਂ ਹੈਰਾਨ ਨਹੀਂ ਹੋਏ ਕਿ ਇੱਕਦਮ? ਅਤੇ ਇਹ ਉਹਨਾਂ ਦੀ ਕਿਰਪਾ ਵਾ। ਮੈਂ ਇਸ ਚੀਜ਼ ਨੂੰ ਵਡਭਾਗੀ ਸਮਝੂੰਗੀ ਕਿ ਮਹਾਰਾਜ ਨੇ ਜਿੱਥੇ ਵੀ ਮੈਨੂੰ ਲੋੜ ਪੈਂਦੀ ਹੈ, ਕਿਉਂਕਿ ਦੇਖੋ ਆਪਾਂ ਇੱਕ ਤਾਰ ਜਦੋਂ ਆਪਣੀ ਜੁੜ ਜਾਂਦੀ ਆ ਤਾਂ ਉਹ ਇੱਕ ਇਨਸਾਨ ਉਹ ਹੁੰਦਾ ਜੋ ਸਾਡੇ ਨਾਲ ਸਰੀਰਕ ਤੌਰ 'ਤੇ ਆ, ਇੱਕ ਉਹ ਹੁੰਦਾ ਜੋ ਸੰਸਾਰ ਨੂੰ ਨਹੀਂ ਦਿਖ ਰਿਹਾ ਹੁੰਦਾ, ਅਤੇ ਉਹ ਚੀਜ਼ ਮੈਂ ਆਪਣੇ ਨਾਲ ਕਿਰਪਾ ਸਮਝੂੰਗੀ ਕਿ ਮੈਂ ਕਿਸੇ ਵੀ ਸਮੇਂ ਸਾਡੇ ਉੱਪਰ ਕੋਈ ਵੀ ਪਰਿਵਾਰਕ ਦੁੱਖ ਆ ਜਾਵੇ ਜਾਂ ਕੋਈ ਵੀ ਆ ਜਾਵੇ ਤਾਂ ਉਸ ਅੱਗੇ ਬੇਨਤੀ ਕਰੀਦੀ ਹੈ, ਅਤੇ ਉਹ ਦੁੱਖ ਕਦੋਂ ਨਿਕਲ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ। ਮਨਦੀਪ, ਅਸੀਂ ਸੋਸ਼ਲ ਮੀਡੀਆ 'ਤੇ ਜਿਹੜੀਆਂ ਤੁਹਾਡੀਆਂ ਹੁਣ ਤੱਕ ਵੀਡੀਓਜ਼ ਦੇਖੀਆਂ ਨੇ, ਉਹ ਹੁਣ ਤੱਕ ਸਿਰਫ ਇੰਨੀਆਂ ਕਿ ਨਸ਼ਰ ਹੋਈਆਂ ਕਿ ਮਨਦੀਪ ਬੁਲਟ ਚਲਾ ਲੈਂਦੀ ਹੈ, ਮਨਦੀਪ ਵੀਰੇ ਦੇ ਨਾਲ ਹੱਥ ਵੰਡਾ ਲੈਂਦੀ ਹੈ, ਕੰਮ ਕਾਰ ਕਰਦੀ ਹੈ, ਘਰ ਦਾ ਵੀ ਵੀਰੇ ਦੇ ਨਾਲ ਵੀ ਕੰਮ ਕਰਵਾਉਂਦੀ ਹੈ, ਔਰ ਸ਼ੌਂਕ ਜਿਹੜੇ ਨੇ ਉਹ ਸਿੰਘਾਂ ਵਾਲੇ ਨੇ ਇਸ ਕੌਰ ਦੇ। ਪਰ ਅਸਲ ਦੇ ਵਿੱਚ ਜਿਹੜੀ ਅੱਜ ਡੂੰਘਾਈ ਦੇ ਵਿੱਚ ਜਾ ਕੇ ਅਸੀਂ ਗੱਲਬਾਤ ਕੀਤੀ, ਤੁਹਾਡੀ ਸੋਚ ਜਿਹੜੀ ਅਸੀਂ ਬਾਹਰ ਲੈ ਕੇ ਆਉਣ ਦੀ ਜਾਂ ਤੁਹਾਡੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਇਹ ਬਹੁਤ ਜ਼ਰੂਰੀ ਸੀ। ਇਹਦੇ ਨਾਲ ਨਾਲ ਮਹਾਰਾਜ ਨੇ ਯਾਨੀ ਕਿਰਪਾ ਕੀਤੀ, ਲਿਖਤ ਜੋ ਲਿਖਵਾ ਰਹੇ ਨੇ ਉਹਦੇ ਉੱਤੇ ਵੀ ਮੈਂ ਥੋੜ੍ਹਾ ਜਿਹਾ ਯਾਨੀ ਤੁਹਾਨੂੰ ਕੁਝ ਕੁ ਸਤਰਾਂ ਨੇ ਜੋ ਬਾਣੀ ਦੇ ਵਿੱਚੋਂ ਵੀ ਆਪਾਂ ਕਹਿ ਦਈਏ ਕਿ ਕਿਉਂਕਿ ਉਹ ਅਥਾਹ ਸਮੁੰਦਰ ਆ, ਆਪਾਂ ਕਹੀਏ ਕਿ ਕਾਗਜ਼ ਦੇ ਉੱਤੇ ਤਾਰ ਲਈ ਨਹੀਂ ਹੋ ਸਕਦਾ। ਮਹਾਰਾਜ ਬਾਣੀ 'ਚ ਕਹਿੰਦੇ ਨੇ ਕਿ ਉਹ ਐਡਾ ਕੁ ਬੇਅੰਤ ਆ ਵੀ ਆਪਾਂ ਸਾਰੇ ਸਮੁੰਦਰ ਦੀ ਜੇ ਛਾਈ ਵੀ ਬਣਾ ਲਈਏ ਤਾਂ ਵੀ ਉਹ ਥੋੜ੍ਹੀ ਪੈ ਜਾਣੀ ਆ। ਸੋ ਇਹ ਚੀਜ਼ ਆ ਕਿ ਉਹਦੀ ਸਿਫਤ ਨੂੰ ਗਾਉਣਾ ਜਾਂ ਦੂਸਰੇ ਦੇ ਲਈ ਕੁਝ ਨਾ ਕੁਝ, ਕਿਉਂਕਿ ਦੇਖੋ ਅਸੀਂ ਭੁੱਲੇ ਹੋਏ ਹਾਂ ਉਸੇ ਚੀਜ਼ ਨੂੰ। ਜਾਣੀ ਮਹਾਰਾਜ ਨੇ ਅੱਜ ਤੋਂ 7-8 ਸਾਲ ਪਹਿਲਾਂ ਜਦੋਂ ਅੰਮ੍ਰਿਤ ਦੀ ਦਾਤ ਮੈਂ ਨਹੀਂ ਲਈ ਸੀ, ਇਹ ਲਿਖਤ ਉਸ ਵੇਲੇ ਮਹਾਰਾਜ ਨੇ ਲਿਖਵਾਈ, ਪਰ ਉਹ
ਕਿਤਾਬ ਜੋ ਮੇਰੀ ਕਾਪੀ ਦੇ ਵਿੱਚ ਹੀ ਪਈ ਰਹੀ ਮੈਨੂੰ, ਕਿਉਂਕਿ ਉਸ ਵੇਲੇ ਸੋਝੀ ਨਹੀਂ ਸੀ, ਕਿਉਂਕਿ ਇੱਕਦਮ ਲਿਖੀ ਗਈ ਉਹ। ਤੇ ਅੱਜ ਜਦੋਂ ਉਹ ਚੀਜ਼ ਨੂੰ ਪੜ੍ਹਦੀ ਹਾਂ ਤਾਂ ਉਹ ਜਾਣੀ ਮੈਂ ਹੈਰਾਨ ਹੁੰਦੀ ਹਾਂ ਕਿ ਮਹਾਰਾਜ ਨੇ ਵੀ ਕਿਵੇਂ ਉਹ ਵੀ ਲਿਖਵਾਈ ਜਾਂ ਹੈ ਨਾ। ਤੇ ਉਹ ਚੀਜ਼ ਮੈਂ ਦੱਸਣਾ ਚਾਹੂੰਗੀ ਸਾਰਿਆਂ ਨੂੰ, ਕਿਉਂਕਿ ਉਹ ਚੀਜ਼ ਮੇਰੇ ਲਈ ਬਹੁਤ ਵੱਡਾ ਮੈਸੇਜ ਆ। ਤੇ ਹਾਂਜੀ, ਉਹ ਕਿ ਆਪਾਂ ਕਿ ਚਲੇ ਜਾਣਾ ਉੱਥੇ ਜਿੱਥੋਂ ਕੋਈ ਵੀ ਨਾ ਮੁੜਦਾ, ਇਕੱਲੇ ਨੂੰ ਹੀ ਜਾਣਾ ਪੈਂਦਾ, ਨਾਲ ਕੋਈ ਵੀ ਨਾ ਤੁਰਦਾ। ਵੇਖੀ ਨਾ ਉਹ ਦੁਨੀਆ ਪਰ ਸੁਣਿਆ ਬਥੇਰਾ ਏ, ਪੈਸੇ ਨਾਲ ਨਹੀਂ ਉੱਥੇ ਸਵਾਸਾਂ ਦਾ ਨਵੇੜਾ ਏ। ਕੱਲਾ ਕੱਲਾ ਪੁੰਨ ਪਾਪ ਪੋਟਿਆਂ 'ਤੇ ਗਿਣਨਾ ਏ, ਕਿੰਨੀ ਸੱਚ ਦੀ ਗਵਾਹੀ ਨਾਲੇ ਝੂਠ ਨੂੰ ਵੀ ਮਿਲਣਾ ਏ। ਕੀਤੀ ਠੱਗੀ ਚੋਰੀ ਝੂਠ ਦੀ ਮਿਲਣੀ ਸਜ਼ਾ ਏ, ਕਿਉਂ ਕੀਤਾ ਮਾੜਾ ਕੰਮ ਨਾ ਪੁੱਛਣੀ ਵਜ੍ਹਾ ਏ। ਕਿ ਸਿਰ ਨਾ ਉਠਾਇਆ ਜਾਣਾ ਨਾ ਹੀ ਫਿਰ ਬੋਲ ਹੋਣਾ, ਕਿਤੇ ਮਾੜੇ ਕਰਮਾਂ ਦਾ ਜਦ ਪਰਚਾ ਤੇਰੇ ਕੋਲ ਹੋਣਾ। ਲੱਖ 84 ਜੂਨਾਂ ਵਾਲਾ ਲੰਬਾ ਗੇੜਾ ਪੈਣਾ ਏ, ਨਾ ਚਾਹੁੰਦੇ ਹੋਏ ਵੀ ਫਿਰ ਸਭ ਸਹਿਣਾ ਪੈਣਾ ਏ। ਕਿਉਂਕਿ ਇੱਥੇ ਮੈਂ ਕਹਿਣਾ ਚਾਹੂੰਗੀ ਕਿ ਮਹਾਰਾਜ ਨੇ ਬਾਣੀ ਦੇ ਵਿੱਚ ਸਾਨੂੰ ਇਹ ਮੈਸੇਜ ਦਿੱਤਾ ਕਿ ਵੀ ਮੈਂ ਹੁਣ ਤੈਨੂੰ ਸੰਸਾਰ ਦੇ ਉੱਤੇ ਭੇਜਤਾ, ਕਿ ਹੁਣ ਇਹ ਕਲਮ ਤੇਰੇ ਹੱਥ ਆ ਵੀ ਤੂੰ ਆਪਣੀ ਪੱਟੀ ਕਿਵੇਂ ਲਿਖਣਾ ਚਾਹੁੰਦਾ, ਕਿ ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਹੈ ਨਾ। ਅਤੇ ਮਹਾਰਾਜ ਨੇ ਕਹਿ ਤਾ ਕਿ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ, ਹੈ ਨਾ। ਅਤੇ ਜੇ ਹੁਣ ਅਸੀਂ ਆਪਣੇ ਆਪ ਨੂੰ ਨਹੀਂ ਵਿਚਾਰਾਂਗੇ, ਉਹਦੇ ਨਾਲ ਟੁੱਟੇ ਰਹਾਂਗੇ, ਅਤੇ ਫਿਰ ਨੈਚੁਰਲੀ ਆ ਸਾਨੂੰ ਜੋ ਸਾਡੇ ਲਈ ਅੱਗੇ 84 ਲੱਖ ਜੂਨਾਂ ਤਿਆਰ ਖੜੀਆਂ ਨੇ। ਅੱਜ ਅਸੀਂ ਆਪਣਾ ਦੁੱਖ ਦੱਸ ਵੀ ਸਕਦੇ ਹਾਂ, ਪਰ ਉਹ ਜੋ ਬੇਜ਼ੁਬਾਨ ਨੇ ਬੋਲ ਵੀ ਨਹੀਂ ਸਕਦੇ। ਅਤੇ ਉਸ ਤੋਂ ਬਾਅਦ ਯਾਨੀ ਅੱਗੇ ਕਿ ਇੰਨਾ ਕੁ ਸਾਨੂੰ ਹੁਣ ਦੇਖੋ ਕਿੰਨੀਆਂ ਕਿੰਨੀਆਂ ਸੱਟਾਂ ਲੱਗੀਆਂ ਹੁੰਦੀਆਂ ਨੇ ਜਾਨਵਰਾਂ ਦੇ, ਗਾਵਾਂ ਦੇ, ਦੇਖਦੇ ਹਾਂ ਆਪਾਂ, ਹੈ ਨਾ। ਉਹ ਦਰਦ ਝੱਲ ਰਹੇ ਨੇ ਪਰ ਬੋਲ ਨਹੀਂ ਸਕਦੇ। ਅਤੇ ਉਹੀ ਚੀਜ਼ ਕਿ ਲੱਖ 84 ਜੂਨਾਂ ਵਾਲਾ ਲੰਬਾ ਗੇੜਾ ਪੈਣਾ ਏ, ਨਾ ਚਾਹੁੰਦੇ ਹੋਏ ਵੀ ਫਿਰ ਸਭ ਸਹਿਣਾ ਪੈਣਾ ਏ। ਕਿ ਹੰਡਾਉਣਾ ਰੇਸ਼ਮੀ ਕੱਪੜੇ ਫਿਰ ਤੈ ਨੰਗਾ ਹੋਣਾ ਏ, ਪਲ ਪਲ ਮਾੜਾ ਨਿਕਲੋ ਕੁਝ ਨਾ ਚੰਗਾ ਹੋਣਾ ਏ। ਭਿੰਨ ਭਿੰਨ ਦੇ ਹੁਣ ਭੋਜਨ ਖਾਂਦਾ ਫਿਰ ਗੰਦ ਵੀ ਫਰੋਲੇਗਾ, ਕਰਦਾ ਮਸ਼ਕਰੀ ਅੱਜ ਹੋਰਾਂ ਉੱਤੇ ਆਪਣਾ ਦਿਲ ਕਿਵੇਂ ਫੋਲੇਗਾ। ਗੁੰਗਾ ਮੁਖ ਹੋ ਜਾਣਾ ਤੇਰਾ ਕੀ ਮਾਲਕ ਦੇ ਗੁਣ ਗਾਏਗਾ, ਚਾਰ ਪੈਰ ਹੋ ਜਾਣੇ ਤੇਰੇ ਕਿਵੇਂ ਸਾਧ ਸੰਗਤ ਵਿੱਚ ਜਾਏਗਾ। ਕੁਝ ਨਾ ਵਿਗੜਿਆ ਅਜੇ ਵੀ ਜਪ ਲੈ ਵਾਹਿਗੁਰੂ, ਜੀਵਨ ਪਦ ਵੀ ਪਾਏਗਾ, ਅੰਤ ਜਦ ਮੁੱਕ ਗਈ ਸਵਾਸਾਂ ਦੀ ਪੂੰਜੀ ਫਿਰ ਰੋ ਰੋ ਕੇ ਪਛਤਾਏਗਾ। ਇਹ ਚੀਜ਼ ਆ ਕਿ ਅੱਜ ਸਮਾਂ ਮਿਲਿਆ ਸਾਨੂੰ, ਅਸੀਂ ਖੋਜੀਏ, ਕਿਉਂਕਿ ਅਜੇ ਇਸ ਚੀਜ਼ ਦੀ ਲੋੜ ਆ। ਪ੍ਰਚਾਰ ਬਹੁਤ ਹੋ ਰਿਹਾ ਪਰ ਸਮਾਂ ਸਾਡਾ ਫੋਨਾਂ ਦੇ ਉੱਤੇ ਨਿਕਲ ਰਿਹਾ, ਜਿਹਨੇ ਸਾਨੂੰ ਬਹੁਤ ਵੱਡਾ ਘਾਟਾ ਪਾਇਆ। ਜਿਨ੍ਹਾਂ ਵੀਰਾਂ ਨੇ, ਜਿਨ੍ਹਾਂ ਭੈਣਾਂ ਨੇ ਕਿਤਾਬਾਂ ਪੜ੍ਹਨੀਆਂ ਸੀ, ਇਤਿਹਾਸ ਪੜ੍ਹਨੇ ਸੀ, ਉਹ ਅੱਜ ਟਿਕਟੋਕ ਚਲਾ ਰਹੇ ਨੇ, ਜਾਂ ਹੈ ਨਾ ਆਪਾਂ ਕਹਿ ਦਈਏ ਇਸ ਚੀਜ਼ ਦਾ ਇਹ ਵੀ ਯਾਨੀ ਕਿਉਂਕਿ ਉਹ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ। ਉਹਨੇ ਮਾਲਕ ਨੇ ਕਦੋਂ ਪਲਟਾ ਮਾਰ ਦੇਣਾ ਕਿਸੇ ਵੀ ਚੀਜ਼ ਦਾ, ਕਿਉਂਕਿ ਉਹ ਇੱਕ ਖਿੰਡ ਦੇ ਵਿੱਚ ਸਾਰੀ ਧਰਤੀ ਨੂੰ ਪਲਟਾ ਸਕਦਾ, ਇਸ ਚੀਜ਼ ਨੂੰ ਸਮਰੱਥ ਆ। ਅਤੇ ਇਹੀ ਚੀਜ਼ ਆ ਕਿ ਜੇ ਅੱਜ ਸਮਾਂ ਮਿਲਿਆ ਸਾਰੇ ਅਸੀਂ ਵਿਚਾਰੀਏ, ਨਸ਼ਿਆਂ 'ਚ ਕੁਝ ਨਹੀਂ ਰੱਖਿਆ, ਜਾਂ ਆਪਾਂ ਕਹਿ ਦਈਏ ਸ਼ਿੰਗਾਰ ਕਰਨਾ ਵਾ ਤਾਂ ਉਹ ਕਰੀਏ ਜੋ ਸਦੀਵੀ ਹੋਵੇ। ਇਨਸਾਨਾਂ ਨੂੰ ਸੋਹਣੇ ਬਣ ਕੇ ਅਤੇ ਅੰਦਰ ਸਾਡੇ ਗੁਣ ਨਹੀਂ, ਉਹ ਚੀਜ਼ ਦਾ ਕੋਈ ਫਾਇਦਾ ਨਹੀਂ। ਸਿਰਫ ਅਸੀਂ ਬਾਹਰਲੇ ਤੌਰ ਦੇ ਉੱਤੇ ਸੋਹਣੇ ਬਣ ਕੇ ਅਤੇ ਅੰਦਰ ਸਾਡਾ ਮਨ ਮੈਲਾ ਹੋਵੇ, ਉਹ ਚੀਜ਼ ਰੱਬ ਨੂੰ ਨਹੀਂ ਭਾਉਂਦੀ। ਕਿਉਂਕਿ ਜਿੱਥੋਂ ਸਾਡਾ ਤਾਰ ਟੁੱਟੀ ਹੋਈ ਹੈ, ਜਿੱਥੋਂ ਸਾਰੇ ਸਾਨੂੰ ਸੁੱਖ ਮਿਲਣੇ ਆ, ਜੇ ਕਿਉਂਕਿ ਦੁਖੀ ਉਹ ਵੀ ਆ, ਜਿਸ ਤਰ੍ਹਾਂ ਦੁਨਿਆਵੀ ਤੌਰ 'ਤੇ ਆਪਾਂ ਦੇਖਦੇ ਹਾਂ ਨਾ ਕਿ ਮਾਂ ਪਿਓ ਦੁਖੀ ਹੋ ਜਾਂਦਾ ਵੀ ਮੇਰਾ ਬੱਚਾ ਕਹਿਣੇ ਤੋਂ ਬਾਹਰ ਆ, ਇਸੇ ਤਰ੍ਹਾਂ ਉਹ ਵੀ ਦੁਖੀ ਆ ਕਿ ਆਪਣੇ ਆਪ ਦੀ ਕਿਉਂ ਨਹੀਂ ਪਛਾਣ ਕਰ ਰਿਹਾ। ਇਸੇ ਲਈ ਆਪਾਂ ਕਹੀਏ ਕਿ ਉਹਨੇ ਜਦੋਂ ਕਿਰਪਾ ਕਰਨੀ ਆ, ਉਹ ਬੁਲਵਾਉਂਦਾ ਜ਼ਰੂਰ ਆ, ਸਾਨੂੰ ਮੌਕਾ ਵੀ ਮਿਲਦਾ ਸੰਗਤ ਦੇ ਵਿੱਚ ਜਾਣ ਦਾ, ਅਸੀਂ ਸੁਣ ਵੀ ਲੈਂਦੇ ਹਾਂ, ਪਰ ਸੁਣ ਕੇ ਅਸੀਂ ਇੱਕ ਕੰਨ ਸੁਣਿਆ ਦੂਜੇ ਰਾਹੀਂ ਕੱਢ ਦਿੰਦੇ ਹਾਂ। ਅਤੇ ਜੇ ਅਸੀਂ ਮਨ ਦੇ ਵਿੱਚ ਵਸਾ ਲਿਆ, ਸਾਡੇ ਅੰਦਰ ਉਹ ਵਿਛੋੜੇ ਦੀ ਜਦੋਂ ਕਿ ਅਸੀਂ ਕਦੇ ਇਹ ਸੋਚੀਏ ਕਿ ਉਹ ਪਰਮਾਤਮਾ ਕਿੰਨਾ ਸੋਹਣਾ ਹੋ, ਜਿਹਨੇ ਇੰਨਾ ਸੋਹਣਾ ਸੰਸਾਰ ਸਾਜਿਆ, ਫਿਰ ਸਾਡੇ ਅੰਦਰ ਤੜਫ ਪੈਦਾ ਹੋਊਗੀ ਕਿ ਮੈਂ ਉਹਨੂੰ ਦੇਖਣਾ ਚਾਹੁੰਦਾ। ਅਸੀਂ ਮੱਥਾ ਟੇਕ ਲਿਆ ਪਰ ਉਹਨੂੰ ਕਦੇ ਜੇ ਅਸੀਂ ਇੱਕ ਨੂੰ ਬੁਲਾਉਂਦੇ ਹਾਂ ਤਾਂ ਉਹ ਅੱਗੋਂ ਜਵਾਬ ਦਿੰਦਾ, ਜੇ ਅਸੀਂ ਮਹਾਰਾਜ ਨੂੰ ਬੁਲਾਵਾਂਗੇ ਤਾਂ ਉਹ ਜਵਾਬ ਦੇਣਗੇ, ਬੋਲਣਗੇ ਸਾਡੇ ਨਾਲ, ਗੱਲ ਵੀ ਕਰਨਗੇ। ਅਤੇ ਇਹੀ ਹੈ ਕਿ ਸਾਡੇ ਅੰਦਰ ਉਹ ਨੇਚਾ ਹੋਣਾ ਚਾਹੀਦਾ ਵੀ ਮੈਂ ਆਪਣੇ ਪਿਓ ਨਾਲ ਗੱਲ ਕਰਨੀ ਆ, ਉਹਨੂੰ ਦੇਖਣਾ ਚਾਹੁੰਦਾ, ਇਹੀ ਚੀਜ਼ ਆ ਮੇਨ।
ਸੋਹਣੀਆਂ ਸੂਰਤਾਂ ਵੱਲ ਤਾਂ ਅੱਜ ਕੱਲ੍ਹ ਹੋਰ ਹਰ ਕੋਈ ਧਿਆਨ ਦੇ ਰਿਹਾ, ਪਰ ਸੋਹਣੀਆਂ ਸੀਰਤਾਂ ਵੱਲ ਅੱਜ ਕੱਲ੍ਹ ਕੋਈ ਧਿਆਨ ਨਹੀਂ ਦੇ ਰਿਹਾ। ਇਹ ਵਿਚਾਰ ਗੁਰੂ ਮਹਾਰਾਜ ਦੇ ਲੜ ਲੱਗੀ ਮਨਦੀਪ ਕੌਰ, ਜਿਹੜੀ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹਨੇ ਅੱਜ ਕੋਸ਼ਿਸ਼ ਕੀਤੀ ਲੋਕਾਂ ਤੱਕ ਇੱਕ ਚੰਗਾ ਸੁਨੇਹਾ ਪਹੁੰਚਾਉਣ ਦੀ। ਅਸੀਂ ਉਮੀਦ ਕਰਦੇ ਹਾਂ ਮਨਦੀਪ ਕਿ ਤੁਹਾਨੂੰ ਦੇਖ ਕੇ ਲੋਕ ਅਫਸੋਸ ਨਹੀਂ ਕਰਨਗੇ, ਤੁਹਾਨੂੰ ਦੇਖ ਕੇ ਲੋਕਾਂ ਨੂੰ ਦੁੱਖ ਨਾ ਹੋਵੇ ਕਿ ਮਨਦੀਪ ਦੇ ਨਾਲ ਇਹ ਕੀ ਪਾਣਾ ਵਾਪਰਿਆ। ਤੁਹਾਨੂੰ ਦੇਖ ਕੇ ਅੱਜ ਹਰ ਵਿਅਕਤੀ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਮਨਦੀਪ ਸਾਡੇ ਸਮਾਜ ਦਾ ਉਹ ਹਿੱਸਾ ਹੈ ਜਿਹਨੂੰ ਦੇਖ ਕੇ ਸਦਾ ਹੀ ਜਿਹੜਾ ਸਾਨੂੰ ਮਾਣ ਮਹਿਸੂਸ ਹੋਏਗਾ, ਸਾਨੂੰ ਖੁਸ਼ੀ ਮਹਿਸੂਸ ਹੋਏਗੀ। ਬਹੁਤ ਧੰਨਵਾਦ ਮਨਦੀਪ ਸਾਡੇ ਨਾਲ ਜੁੜਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਤਾਂ ਕਿੰਨਾ ਮਾਣ ਮਹਿਸੂਸ ਹੁੰਦਾ ਹੋਏਗਾ, ਇਸ ਦਾ ਅੰਦਾਜ਼ਾ ਅਸੀਂ ਨਹੀਂ ਲਗਾ ਸਕਦੇ, ਕਿਉਂਕਿ ਤੁਹਾਡੀ ਆਪਣੀ ਭੈਣ ਹੈ। ਅੱਜ ਸਮਾਜ ਬੜਾ ਮਾਣ ਮਹਿਸੂਸ ਕਰੇਗਾ। ਬਿਲਕੁਲ ਜੀ, ਮਾਣ ਦੇਖੋ ਸੰਸਾਰ ਦੇ ਵਿੱਚ ਜੋ ਵੀ ਪ੍ਰਾਣੀ ਹੈ, ਸੰਸਾਰ ਦੇ ਵਿੱਚ ਕੋਈ ਨਾ ਕੋਈ ਵਜ੍ਹਾ ਤੇ ਕੋਈ ਨਾ ਕੋਈ ਮੈਸੇਜ ਲੈ ਕੇ ਆਇਆ ਵਾ ਸੰਸਾਰ ਦੇ ਵਿੱਚ। ਬਹੁਤ ਜੇ ਆਪਾਂ ਇਤਿਹਾਸ ਨੂੰ ਫੋਲ ਕੇ ਦੇਖੀਏ, ਅੱਜ ਉਹ ਇਤਿਹਾਸ ਦੁਹਰਾਉਂਦਾ ਵਾ। ਜੋ ਇਤਿਹਾਸ ਦਾ ਹਸ਼ਰ ਹੋਇਆ ਉਸ ਇਨਸਾਨ ਦੇ ਨਾਲ ਪ੍ਰੈਕਟੀਕਲ ਦੇ ਵਿੱਚ ਹੋਇਆ। ਜੇ ਅੱਜ ਆਪਾਂ ਚੋਰ ਦੇ ਜੁੱਤੀਆਂ ਪੈਂਦੀਆਂ ਦੇਖੀਏ ਤਾਂ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਚੋਰ ਦਾ ਹਸ਼ਰ ਬੁਰਾ ਹੈ, ਉਹਨੇ ਇੱਕ ਗਲਤ ਕੰਮ ਕੀਤਾ ਹੈ। ਜੇ ਆਪਾਂ ਚੰਗੇ ਬੰਦੇ ਵੀ ਨਹੀਂ ਚਾਚੀ ਮਾਰ ਕੇ ਦੇਖੀਏ ਤਾਂ ਉਹਦੇ ਜੀਵਨ ਨੂੰ ਦੇਖੀਏ ਤਾਂ ਪਰਮਾਤਮਾ ਸਲਾਹੁੰਦਾ ਵੀ ਆ, ਵਡਿਆਈਆਂ ਵੀ ਦਿੰਦਾ ਵਾ ਉਸ ਚੀਜ਼ ਦੀਆਂ। ਸੋ ਅੱਜ ਮੈਨੂੰ ਬਹੁਤ ਸਾਰਾ ਮਾਣ ਮਹਿਸੂਸ ਹੋ ਰਿਹਾ ਵੀ ਮੈਂ ਮਨਦੀਪ ਦਾ ਬ੍ਰਦਰ ਹਾਂ, ਅਤੇ ਜੋ ਮਹਾਰਾਜ ਨੇ ਚੜ੍ਹਦੀ ਕਲਾ ਦਿੱਤੀ ਹੈ, ਜੋ ਅੱਜ ਮਾਣ ਸਨਮਾਨ ਪਿਆਰ ਸੰਸਾਰ ਦੇ ਵਿੱਚ ਮਿਲ ਰਿਹਾ ਸਾਨੂੰ, ਤੇ ਲੱਖੀ ਕਰੋੜੀ ਵੀ ਇੱਕ ਪਾਸੇ ਰੱਖਦੀ ਤਾਂ ਵੀ ਨਾ ਮਿਲੇ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਸਾਡਾ ਪਰਿਵਾਰ ਖੁਸ਼ਹਾਲ ਆ ਤੇ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਤਾਂ ਸਾਨੂੰ ਮਹਾਰਾਜ ਨੇ ਇੱਕ ਕਿਰਪਾ ਕੀਤੀ ਹੋਈ ਆ। ਜਦੋਂ ਆਪ ਗਲਤ ਰਾਹ ਪੈ ਗਏ ਸੀ ਤਾਂ ਸਹੀ ਰਾਹ ਤੇ ਆਉਣ ਨੂੰ ਕਿੰਨਾ ਸਮਾਂ ਲੱਗਿਆ ਤੇ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਉਹ ਜਾਂ ਜ਼ਿਹਨ ਦੇ ਵਿੱਚ ਵਿਚਾਰ ਆਇਆ? ਮੈਂ ਜੀ ਆਪਣੀ ਜ਼ਿੰਦਗੀ ਦੇ 20 ਸਾਲ ਖਰਾਬ ਕਰ ਚੁੱਕਿਆ ਸੀਗਾ, ਵਿਅਰਥ ਕਰ ਚੁੱਕਿਆ ਸੀਗਾ, ਜਿਹਦਾ ਕੋਈ ਨੋਰਥ ਹੀ ਨਹੀਂ ਸੀਗਾ ਸੰਸਾਰ ਦੇ ਵਿੱਚ, ਜਿਹਦਾ ਕੋਈ ਮਤਲਬ ਹੀ ਨਹੀਂ ਨਿਕਲਿਆ, ਜਿਹਦਾ ਕੋਈ ਅੱਜ ਤੱਕ ਮੈਂ ਜੇ ਉਹਨੂੰ ਪਿੱਛੇ ਆਪਣੇ 20 ਸਾਲ ਨੂੰ ਜਾਣਨ ਦੀ ਵੀ ਕੋਸ਼ਿਸ਼ ਕਰਾਂ ਤਾਂ ਉਹਦੇ ਉੱਤੇ ਜੇ ਮੈਂ ਕੈਲਕੂਲੇਸ਼ਨ ਕਰਕੇ ਦੇਖਾਂ ਵੀ ਮੈਂ ਕੀਤਾ ਕੀ ਆ, ਤਾਂ ਸੰਸਾਰ ਦੇ ਵਿੱਚ ਮੈਂ ਉਹ ਕੰਮ ਕੀਤੇ ਆ ਜਿਹੜੇ ਕਿ ਕਹਿਣ ਦਾ ਮਤਲਬ ਵੀ ਉਹ ਸਲਾਹੁਣਯੋਗ ਨਹੀਂ ਹੈਗੇ। ਸੰਸਾਰ ਦੇ ਵਿੱਚ ਕੋਈ ਇੱਜ਼ਤ ਨਹੀਂ ਹੈਗੀ, ਖਾਣਾ ਪੀਣਾ ਹੁੱਲੜਬਾਜ਼ੀਆਂ ਕਰਨੀਆਂ, ਯਾਰਾਂ ਦੋਸਤਾਂ ਨਾਲ ਲੜਨਾ। ਕਿਉਂ ਦੇਖੋ ਉਦੋਂ ਮੱਤ ਇੱਦਾਂ ਦੀ ਸੀ, ਸਮੱਤ ਇੱਦਾਂ ਦੀ, ਸੰਗਤ ਇੱਦਾਂ ਦੀ ਸੀਗੀ ਜਿਹਦੀ ਸੰਗਤ ਨਾਲ ਮੇਰੇ ਇਸ ਜੀਵਨ ਦੇ ਉੱਤੇ ਬਹੁਤ ਫਰਕ ਪਿਆ। ਦੇਖੋ ਜੀ, ਜਦੋਂ ਸਾਡੀਆਂ ਜੇਬਾਂ ਭਰੀਆਂ ਆਉਂਦੀਆਂ ਨੇ, ਸਾਡੇ ਕੋਲੇ ਪੈਸਾ ਵਾ, ਸਾਡੇ ਯਾਰ ਦੋਸਤ ਨੇ, ਮਿੱਤਰ ਨੇ, ਸਾਡੇ ਨਾਲ ਰਹਿੰਦੇ ਆ, ਤੇ ਜਦੋਂ ਸਾਡੀ ਜੇਬਾਂ ਖਾਲੀਆਂ ਨੇ, ਸਾਡਾ ਕੋਈ ਯਾਰ ਦੋਸਤ ਨਹੀਂ ਹੈਗਾ। ਸੋ ਮੇਰੇ ਨਾਲ ਉਸ ਤਰ੍ਹਾਂ ਹੋਇਆ ਕਿ ਮੈਂ ਆਪਣੀ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ 13 ਸਾਲਾਂ ਦੇ ਵਿੱਚ ਮੈਂ ਆਪਣੇ ਵਰਕ ਨੂੰ ਸ਼ੁਰੂਆਤ ਕੀਤੀ, ਤੇ ਕੰਮ ਕਰਦਿਆਂ ਤੇ ਉਹ ਜੋ ਮਾਇਆ ਮੇਰੀ ਜੇਬ ਦੇ ਵਿੱਚ ਹੁੰਦੀ ਸੀ, ਉਹ ਮੇਰੇ ਯਾਰਾਂ ਦੋਸਤਾਂ ਦੇ ਵਿੱਚ ਖਟਕਣੀ ਵੀ ਇਹ ਤਨਵੀਰ ਦੀ ਮਾਇਆ ਨੂੰ ਕਿਤੇ ਨਾ ਕਿਤੇ ਅਜਾਇਆ ਖਰਾਬ ਕੀਤਾ ਜਾਵੇ। ਸੋ ਦੇਖੋ, ਕਿਸੇ ਦਾ ਦੋਸ਼ ਨਹੀਂ, ਕਹਿੰਦੇ ਦੱਦਾ ਦੋਸ਼ ਨਾ ਦੀਏ, ਦੋਸ਼ ਆਪਣੇ ਕਰਮਾਂ ਦਾ। ਬਾਕੀ ਸਮਝ ਸਾਨੂੰ ਆਪ ਹੋਣੀ ਚਾਹੀਦੀ ਆ। ਅੱਜ ਲੋਕ ਕਹਿੰਦੇ ਆ ਜੀ ਨਸ਼ਾ ਸਾਡੇ ਕੋਲ ਛੱਡਿਆ ਨਹੀਂ ਜਾਂਦਾ, ਨਸ਼ਾ ਬਹੁਤ ਆ, ਕੈਂਪ ਖੁੱਲ੍ਹੇ ਹੋਏ ਨੇ। ਦੇਖੋ ਜੀ, ਇਹ ਬਹਾਨਾ, ਇਹ ਲੋਕਾਂ ਕੋਲ ਬਹੁਤ ਵੱਡਾ ਬਹਾਨਾ ਮਿਲਿਆ ਹੋਇਆ ਵੀ ਸਾਡੇ ਕੋਲ ਨਸ਼ੇ ਦੀ ਲੱਤ ਲੱਗਦੀ ਹੈ, ਸਭ ਤੋਂ ਛੱਡ ਨਹੀਂ ਹੁੰਦਾ। ਦੇਖੋ ਜੀ, ਕੋਈ ਵੀ ਇਹੋ ਜਿਹਾ ਨਸ਼ਾ ਨਹੀਂ ਹੋਣਾ ਜਿਹੜਾ ਮੈਂ ਨਾ ਕੀਤਾ ਹੋਵੇ। ਤੇ ਜਿੱਦਣੇ ਮਹਾਰਾਜ ਨੇ ਕਿਰਪਾ ਕੀਤੀ, ਮਨ ਮਾਰਿਆ ਵੀ ਇਹਦਾ ਇੱਕ ਵਾਈ, ਸਾਨੂੰ ਵਾਈ ਕਲੀਅਰ ਹੋਣਾ ਚਾਹੀਦਾ ਸੀ ਕਰਨਾ ਕਿਉਂ ਆ। ਤੇ ਜਦੋਂ ਮੇਰਾ ਕਲੀਅਰ ਹੋਇਆ, ਜਦ ਮੈਨੂੰ ਇਸ ਚੀਜ਼ ਦੇ ਵਿੱਚ ਮਿਲਿਆ ਨਹੀਂ, ਕਿਉਂ ਆਪਣਾ ਮੈਂ ਵਜਨ ਬਹੁਤ ਘਟਾ ਚੁੱਕਿਆ ਸੀਗਾ ਨਸ਼ਾ ਕਰਕੇ। ਤੇ ਦੇਖੋ, ਨਸ਼ੇ ਵਾਲੇ ਬੰਦੇ ਨੂੰ ਕੋਈ ਰਿਸਪੈਕਟ ਨਹੀਂ ਦਿੰਦਾ, ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ। ਉਹਨੂੰ ਪਤਾ ਵੀ ਯਾਰ ਸ਼ਰਾਬੀ ਆ, ਇਹ ਕਬਾਬੀ ਆ, ਇਹ ਐਂ ਕਰਦਾ ਵਾ, ਵੀ ਇਹਦੇ ਕੋਲ ਖੜਨਾ ਨਹੀਂ ਹੈਗਾ। ਦੇਖੋ, ਉਹ ਨਾਲ ਤਾਂ ਵੀ ਮਿਲਣੀਆਂ, ਤੇ ਉਹਨੂੰ ਕਈ ਬੰਦੇ ਨਸ਼ਾ ਕਰਕੇ ਭੁੱਲ ਜਾਂਦੇ ਸੀਗੇ, ਜਾਂ ਚੇਤੇ ਆਉਣਾ ਤਾਂ ਘਰਦਿਆਂ ਨੇ ਗਾਲਾਂ ਕੱਢਣੀਆਂ। ਸੋ ਇਸ ਤਰ੍ਹਾਂ ਦਾ ਮੇਰਾ ਜੀਵਨ ਹੋ ਚੁੱਕਿਆ ਸੀਗਾ। ਉਹ ਜੀਵਨ ਦੇ ਵਿੱਚ ਮੈਂ ਪਲ ਪਲ ਮਰ ਰਿਹਾ ਸੀਗਾ, ਤੇ ਉਸ ਚੀਜ਼ ਨੂੰ ਮੈਂ ਬਾਅਦ ਦੇ ਵਿੱਚ ਇੱਕ ਮੇਰੇ ਨਾਲ ਬਹੁਤ ਵੱਡਾ ਹਾਦਸਾ ਹੋਇਆ ਕਿ ਮੈਂ ਆਪਣੀ ਟੈਕਸੀ ਸੀ ਮੇਰੇ ਕੋਲੇ, ਤੇ ਮੈਨੂੰ ਇੱਕ ਕਸਟਮਰ ਮਿਲਿਆ। ਮੈਨੂੰ ਕਹਿੰਦੇ ਉਦੋਂ ਕੋਈ ਸਤਸੰਗ 'ਤੇ ਜਾਣਾ ਸੀ, ਦੀਵਾਨਾਂ 'ਤੇ ਜਾਣਾ ਸੀਗਾ, ਤੇ ਉਦੋਂ ਮੇਰੇ ਕੀ ਵਿਚਾਰ ਹੋਏ ਸੀ, ਮੈਂ ਉਹ ਟੈਕਸੀ ਆਪਦੀ ਬਾਹਰ ਪਾਰਕਿੰਗ ਦੇ ਵਿੱਚ ਲਗਾ ਦਿੱਤੀ। ਪਾਰਕਿੰਗ ਲਗਾ ਕੇ ਤੇ ਸੰਗਤ ਦਰਸ਼ਨ ਕਰਨ ਲਈ, ਮੱਥਾ ਟੇਕਣ ਲਈ ਚਲੇ ਗਈ। ਤੇ ਮੈਂ ਜਦੋਂ ਆਪਣੇ ਉਸ ਟੈਕਸੀ ਦੇ ਵਿੱਚ ਬੈਠਾ, ਦੇਖੋ ਜੋ ਆਵਾਜ਼ ਕੰਨਾਂ ਦੇ ਵਿੱਚ ਪੈਣੀ ਹੈ ਤਾਂ ਉਹ ਕਿਤੇ ਨਾ ਕਿਤੇ ਜੀਵਨ ਬਦਲਦੀ ਆ। ਤੇ ਮੈਂ ਬਾਹਰ ਬੈਠਾ ਤਾਂ ਉਦੋਂ ਦੇਖੋ, ਇਤਿਹਾਸ ਸਾਡੇ ਗੁਰੂਆਂ ਨੇ ਰਚਿਆ, ਜੋ 4 ਸਾਹਿਬਜ਼ਾਦਿਆਂ ਨੇ ਸਾਡੇ ਨੇ ਕੁਰਬਾਨੀਆਂ ਕੀਤੀਆਂ, ਤੇ ਉਹ ਉਸ ਟਾਈਮ ਦੀਵਾਨ ਚੱਲਦੇ ਸੀਗੇ। ਉਹ ਦੀਵਾਨਾਂ ਦੇ ਵਿੱਚ ਮੈਂ ਬੈਠਾ, ਤੇ ਜਦੋਂ ਮੇਰੇ ਕੰਨਾਂ ਦੇ ਵਿੱਚ ਆਵਾਜ਼ ਪੈਣੀ ਤੇ ਵਿਸਾਖੀ ਤਾਂ ਮੈਂ ਸੁਣ ਰਿਹਾ ਸੀਗਾ, ਤੇ ਬਾਹਰ ਬੈਠਾ ਮੈਂ ਸਿਗਰਟਾਂ ਵੀ ਪੀ ਆ ਰਿਹਾ ਵਾਂ, ਤੇ ਉਸ ਚੀਜ਼ ਦੇ ਵਿੱਚ ਕੋਈ ਮਤਲਬ ਨਹੀਂ ਹੈਗਾ ਮੈਨੂੰ। ਤੇ ਦੂਸਰੇ ਦਿਨ ਉਹਨਾਂ ਨੇ ਮੈਨੂੰ ਪੱਕਾ ਹੀ ਕਰ ਲਿਆ, ਕਹਿੰਦੇ ਵੀ 3 ਦਿਨਾਂ ਦੇ ਦੀਵਾਨ ਨੇਗੇ, ਵੀ ਤੁਸੀਂ ਸਾਡੇ ਨਾਲ ਆਇਓ। ਦੇਖੋ, ਕੋਈ ਜੀਵਨ ਪਰਮਾਤਮਾ ਜਦੋਂ ਬਦਲਦਾ ਤਾਂ ਕੋਈ ਪਤਾ ਨਹੀਂ ਗਾ ਉਹਨੇ ਕਿਹੜੇ ਰੰਗ ਦੇ ਵਿੱਚ ਬਦਲ ਦੇਣਾ। ਤਾਂ ਮੈਨੂੰ ਦੂਸਰੇ ਦਿਨ ਉਹਨਾਂ ਨੇ ਲੈ ਕੇ ਆਂਦਾ, ਤੇ ਮੈਂ ਜੋ ਪਹਿਲੇ ਦਿਨ ਮੈਂ ਬਾਹਰ ਬੈਠਾ ਸੀਗਾ, ਦੂਜੇ ਦਿਨ ਮੈਂ ਮੱਥਾ ਟੇਕ ਕੇ ਪੰਡਾਲ ਦੇ ਅੰਦਰ ਬਹਿ ਗਿਆ। ਤੇ ਉਦੋਂ ਮੇਰੇ ਰੰਗ ਦੇ ਵਿੱਚ ਰੰਗ ਚੜ੍ਹਿਆ ਜਦੋਂ ਮੈਂ ਸਾਖੀ ਸੁਣੀ ਗੁਰੂ ਸਾਹਿਬ ਦੀ।
ਤੇ ਮੇਰਾ ਮਨ ਵੀ ਥੋੜ੍ਹਾ ਜਿਹਾ ਵਿਰਾਗ ਦੇ ਵਿੱਚ ਚਲਿਆ ਗਿਆ ਵੀ ਅਸੀਂ ਕਰ ਕੀ ਰਹੇ ਹਾਂ, ਸੰਸਾਰ ਦੇ ਵਿੱਚ ਆਏ ਕਰਨਗੇ ਤੇ ਕੀ ਕਰ ਰਹੇ ਹਾਂ। ਤੇ ਜਦੋਂ ਸੋਝੀ ਪਈ ਤਾਂ ਜਦੋਂ ਤੀਸਰੇ ਦੀਵਾਨਾਂ ਦੀ ਸਮਾਪਤੀ ਸੀ ਤਾਂ ਮੈਨੂੰ ਜਦੋਂ ਤੀਸਰੇ ਦੀਵਾਨਾਂ 'ਤੇ ਬੁਲਾਇਆ ਗਿਆ ਤਾਂ ਮੈਂ ਦਰਸ਼ਨ ਕਰਨ ਵਾਸਤੇ ਮੈਂ ਅੱਗੇ ਹੀ ਮੱਥਾ ਟੇਕ ਕੇ ਬਹਿ ਗਿਆ। ਦੇਖੋ ਮਹਾਰਾਜ ਨੇ ਰੰਗ ਚੜਾਇਆ, ਪਹਿਲੇ ਦਿਨ ਬਾਹਰ, ਦੂਜੇ ਦਿਨ ਮੈਂ ਪੰਡਾਲ ਦੇ ਪਿੱਛੇ, ਤੇ ਜਿਸ ਦੇ ਲਾਸਟ ਦੀਵਾਨ ਸੀਗਾ ਤਾਂ ਮੈਂ ਮੂਹਰੇ ਬੈਠਾ ਬਿਲਕੁਲ, ਤੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਮੈਂ ਅੱਗੇ ਬਹਿ ਗਿਆ। ਤੇ ਮਨ ਮੇਰਾ ਇੰਨਾ ਵਿਰਾਗ ਦੇ ਵਿੱਚ ਮੇਰੀ ਤੜਫ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਵੀ ਅਸੀਂ ਕਿਹੜੇ ਕੁਰਾਹੇ ਪੈ ਗਏ ਹਾਂ। ਤੇ ਮਨ 'ਚ ਇੰਨਾ, ਜਦੋਂ ਉਸ ਟਾਈਮ ਦੇ ਵਿੱਚ ਮੈਂ ਅੰਦਰੋਂ ਰੋ ਰਿਹਾ ਸੀ, ਮੈਂ ਨੀਵੀਂ ਪਾਈ ਬੈਠਾ ਸੀਗਾ ਪਰ ਮੈਂ ਰੋ ਰਿਹਾ ਸੀਗਾ। ਮੇਰੇ ਇਹ ਰੋਣ ਦੇ ਵਿੱਚ ਇਹ ਸੀ ਵੀ ਅਸੀਂ ਕੀਤਾ ਕੀ ਆ ਸੰਸਾਰ ਦੇ ਵਿੱਚ ਆ ਕੇ। ਨਾਮ ਨਹੀਂ ਜਪਿਆ ਤਾਂ ਆਣਾ ਵਿਅਰਥ ਹੈ ਇਸ ਸੰਸਾਰ। ਬਿਲਕੁਲ ਜੀ। ਤੇ ਉੱਥੇ ਉਹਦੇ ਵਿੱਚ ਜਦੋਂ ਮੈਂ ਚੀਜ਼ ਨੂੰ ਮੂਮੈਂਟ ਦੇਖਿਆ ਵੀ ਸਾਡੇ ਸਾਹਿਬਜ਼ਾਦਿਆਂ ਦੀ 7 ਸਾਲ ਦੀ ਉਮਰ ਸੀ, 9 ਸਾਲ ਦੀ ਸੀ, ਤੇ ਉਹਨਾਂ ਨੇ ਜਦੋਂ ਜੰਗਾਂ ਦੇ ਵਿੱਚ ਲੜੇ ਤਾਂ ਸ਼ਹੀਦੀ ਪ੍ਰਾਪਤ ਕੀਤੀ। ਤੇ ਅਸੀਂ ਤਾਂ ਮੈਂ ਇਹ ਸੋਚਿਆ ਵੀ ਤੂੰ ਕਮਲਾ ਕਿੱਥੇ ਤੁਰਿਆ ਫਿਰਦਾ ਹੈ, ਕਿਹੜੇ ਰਾਹ ਪੈ ਗਿਆ। ਸੋ ਅਰਦਾਸ ਕੀਤੀ ਸੱਚੇ ਪਾਤਸ਼ਾਹ ਅੱਗੇ ਵੀ ਮੈਨੂੰ ਵੀ ਹੌਸਲਾ ਦਿਓ ਵੀ ਮੈਂ ਜੋ ਕਰਾਹੇ ਪਿਆ ਹੈ ਮੈਨੂੰ ਸਿੱਧੇ ਰਸਤੇ ਲੈ ਕੇ ਆਉਂ। ਤੇ ਸੋ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਉਹ ਮਹਾਰਾਜ ਨੇ ਇਹੋ ਜਿਹੀ ਸੰਗਤ ਦੇ ਦਿੱਤੀ ਮੈਨੂੰ, ਜੋ ਮੇਰੀ ਪੁਰਾਣੀ ਸੰਗਤ ਸੀ ਉਹ ਮੇਰੀ ਸਾਰੀ ਕਿਸੇ ਨਾ ਕਿਸੇ ਵਜ੍ਹਾ ਨਾਲ ਉਹ ਟੁੱਟ ਗਈ, ਮੇਰੇ ਤੋਂ ਦੂਰ ਹੋ ਗਈ। ਤੇ ਜਦੋਂ 1 ਸਾਲ ਦਾ ਟਾਈਮ ਪੀਰੀਅਡ ਕਰਕੇ ਮੈਂ ਦਸਤਾਰ ਸਜਾਉਣੀ ਸ਼ੁਰੂ ਕੀਤੀ, ਕੇਸ ਰੱਖਣੇ ਸ਼ੁਰੂ ਕੀਤੇ। ਦੇਖੋ ਦਸਤਾਰ ਤੇ ਕੇਸ ਸਜਾਉਣਾ ਮਹਾਰਾਜ ਦਾ ਇੱਕ ਮੁੱਢਲਾ ਫਰਜ਼ ਇਹ ਆ ਵੀ ਸਾਨੂੰ ਇੱਕ ਸੋਝੀ ਦਿੰਦਾ ਹੈ। ਜਦੋਂ ਅਸੀਂ ਗਲਤ ਕੰਮ ਕਰਨਾ ਜਾਂ ਮੈਨੂੰ ਕਿਤੇ ਲੱਤ ਲੱਗਦੀ ਤਾਂ ਮੈਂ ਇੱਕ ਬਾਣੇ ਨੂੰ ਦੇਖਣਾ, ਆਪਣੇ ਨੂੰ, ਦਸਤਾਰ ਨੂੰ ਦੇਖਣਾ ਵੀ ਯਾਰ ਲੋਕ ਮੈਨੂੰ ਕੀ ਕਹਿਣਗੇ ਜੇ ਮੈਂ ਗਲਤ ਕੰਮ ਕਰੂੰਗਾ। ਤੇ ਉਸ ਟਾਈਮ ਦੇ ਵਿੱਚ ਹੌਲੀ ਹੌਲੀ ਜਿਉਂ ਭਿੱਜੇ ਕੰਬਲੀ ਤੇ ਉੱਤੇ ਭਾਰੀ ਹੋਏ ਮੇਰੇ ਮਨ ਨੂੰ ਧੋਤਾ ਗਿਆ। ਬਿਲਕੁਲ ਮੈਂ ਜੋ ਧੋਤਾ ਗਿਆ ਤਾਂ ਫਿਰ ਸਾਡੀ ਮਾਤਾ ਜੀ ਬੀਬੀ ਨੇ ਸਾਡੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਤੇ ਅਸੀਂ ਵਿਸਾਖੀ ਦੇ ਦਿਹਾੜੇ 'ਤੇ ਅੰਮ੍ਰਿਤ ਛਕਿਆ। ਤੇ ਅੰਮ੍ਰਿਤ ਛਕਣ ਤੋਂ ਬਾਅਦ ਜਦੋਂ ਮੇਰਾ ਜੀਵਨ, ਜਦੋਂ ਮੈਂ ਸ੍ਰੀ ਸ਼ਾਹ ਪਾਈ, ਕਿਰਪਾਨ ਪਾਈ, ਤਾਂ ਮੇਰੇ ਯਾਰਾਂ ਦੋਸਤਾਂ ਨੇ ਮੇਰੇ ਨਾਲ ਪੁੱਛਿਆ, ਕਹਿੰਦੇ ਵੀ ਤਨਵੀਰ ਇਹ ਕਿਵੇਂ, ਕਿੱਦਾਂ, ਕੀ ਤੂੰ ਸਾਂਭ ਲਏਗਾ ਇਹ। ਤੇ ਕੁਝ ਬੰਦੇ ਨੇ ਟਿੱਪਣੀਆਂ ਕੀਤੀਆਂ ਸੰਭਾਲ ਕੇ, ਤੇ ਮੈਂ ਕਿਹਾ ਨਹੀਂ, ਇਹ ਜੀ ਮਹਾਰਾਜ ਦੀ ਦਾਤ ਲਈ ਆ ਤਾਂ ਇਹਦੀ ਮੈਂ ਸੰਭਾਲ ਵੀ ਕਰੂੰਗਾ। ਸੋ ਰੰਗ ਚੜ੍ਹਦਾ ਸੰਗਤ ਮਿਲਦੀ ਤੇ ਮਹਾਰਾਜ ਨੇ ਇਹੋ ਜਿਹੀ ਸਮੱਤ ਬਖਸ਼ੀ ਵੀ ਉਹ ਨਸ਼ੇ ਨੁਸ਼ੇ ਵਾਲੀ ਜਿਹੜੀਆਂ ਗੱਲਾਂ ਕਰਦੇ ਨੇਗੇ ਵੀ ਸਾਡੇ ਕੋਲ ਛੱਡਿਆ ਨਹੀਂ ਜਾਂਦਾ, ਇਹ ਤਾਂ ਬਹਾਨੇ ਨੇ ਜੀ ਇਹ, ਤੇ ਮਹਾਰਾਜ ਨੇ ਕਿਰਪਾ ਕੀਤੀ। ਇਹ ਜਿੰਨੇ ਵੀ ਸਿੱਖ ਨੇ ਉਹਨਾਂ ਨੂੰ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ ਕਿ ਗੁਰੂਆਂ ਦੀਆਂ ਕੁਰਬਾਨੀਆਂ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਕਿੰਨੀਆਂ ਜ਼ਿਹਨ ਦੇ ਵਿੱਚ ਹੋਣੀਆਂ, ਕਿੰਨੀਆਂ ਲਾਜ਼ਮੀ ਨੇ, ਕਿੰਨੀਆਂ ਜਿਹੜੀਆਂ ਵੱਡਮੁੱਲੀ ਕੁਰਬਾਨੀ ਸੀਗੀ ਛੋਟੇ ਸਾਹਿਬਜ਼ਾਦਿਆਂ ਦੀ, ਉਹਨਾਂ ਨੇ ਸਾਡੇ ਲਈ ਇਹ ਕੁਰਬਾਨੀਆਂ ਦਿੱਤੀਆਂ। ਬਿਲਕੁਲ ਜੀ, ਉਹਨਾਂ ਨੇ ਇੱਕ ਇਤਿਹਾਸ ਦੁਹਰਾਇਆ ਵਾ ਜੋ ਸਾਡੇ ਲਈ ਪ੍ਰੈਕਟੀਕਲ ਕੀਤਾ, ਆਪਣਾ ਸਰਬੰਸ ਵਾਰ ਕੇ ਉਹਨਾਂ ਨੇ ਸਾਨੂੰ ਇੱਕ ਦੱਸਣਾ ਕਰਨਾ ਕੀਤਾ ਵੀ ਤੁਸੀਂ ਆਪਣੇ ਜੀਵਨ ਨੂੰ ਆਪਣੇ ਜੋ ਤੁਹਾਨੂੰ ਗੁਰੂ ਸਾਹਿਬ ਨੇ ਦਾਤ ਦਿੱਤੀ ਉਸ ਨੂੰ ਤੁਸੀਂ ਸੰਭਾਲ ਕੇ ਰੱਖਣਾ ਹੈ। ਸੋ ਸਾਡੇ ਲਈ ਸਭ ਕੁਝ ਕਰਕੇ ਗਿਆ, ਪਰ ਅਸੀਂ ਮਨਮਤੀਏ ਅੱਜ ਅਸੀਂ ਉਹਨਾਂ ਲੋਕਾਂ ਦੇ ਮਗਰ ਲੱਗ ਕੇ ਆਪਣੇ ਜੀਵਨ ਨੂੰ ਵਿਅਰਥ ਕਰ ਰਹੇ ਹਾਂ। ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ। ਮਹਾਰਾਜ ਨੇ ਸਾਨੂੰ ਐਡਾ ਵੱਡਾ ਗ੍ਰੰਥ ਦਿੱਤਾ, 10 ਗੁਰੂਆਂ ਨੇ ਉਸ ਦੇ ਵਿੱਚ ਬਾਣੀ ਵਿਚਾਰੀ ਤੇ ਜੀਵਨ ਦੀ ਜਾਂਚ ਦਿੱਤੀ। ਕਹਿੰਦੇ ਵੀ ਉਹ ਸਾਡਾ ਗੁਰੂ ਇੱਦਾਂ ਦਾ, ਨਾ ਉਹਨੂੰ ਕੋਈ ਪਾੜ ਸਕਦਾ, ਨਾ ਉਹਨੂੰ ਕੋਈ ਸਾੜ ਸਕਦਾ, ਨਾ ਉਹਨੂੰ ਕੋਈ ਡੋਬ ਸਕਦਾ, ਕਿ ਉਹ ਜੁਗ ਜੁਗ ਟਾਲਾ, ਇਹ ਜਿਉਂਦੇ ਰਹਿਣਗੇ। ਅਸੀਂ ਆਪ ਉਹ ਬਾਤ ਦੇ ਵਿੱਚ ਬੋਲ ਕੇ ਅਸੀਂ ਬਾਣੀ ਨੂੰ ਪੜ੍ਹਾਂਗੇ ਤਾਂ ਸਮਝੋ ਆਪ ਹੀ ਬੋਲ ਰਹੇ ਨੇ। ਅਸੀਂ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਨਾਂ ਦਾ ਓਟ ਆਸਰਾ ਲੈ ਕੇ ਤੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।